ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰਾਂ ਦੀ ਕਮੇਟੀ ਬਣਨੀ ਸੀ ਔਰ ਸਰਦਾਰ ਇੱਥੇ ਇਸ ਕਮੇਟੀ ਦਾ ਪ੍ਰਧਾਨ ਬਣਨਾ ਸੀ, ਜਿਹੜਾ ਪਿੱਠ ਵਿੱਚ ਛੁਰਾ ਮਾਰ ਕੇ ਬਣ ਨਾ ਦਿੱਤਾ। ਤੁਹਾਨੂੰ ਕੀ ਲੱਗਦਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਕਿੱਕਰ ਕਿੰਨੇ ਬੀਜੀ ਤੇ ਖਰਬਾਨੀਆਂ ਕੌਣ ਮੰਗਦਾ? ਜਿਹੜੇ ਬੰਦੇ 5-5 ਵਾਰਾਂ ਹਰੇ ਨੇ ਉਹ ਤੇ 2-2 ਸੀਟਾਂ ਮੰਗੀ ਜਾਂਦੇ ਨੇ। ਠੀਕ ਹੈ। ਤੇ ਜਿਹੜਾ ਇਹਨਾਂ ਹਾਲਾਤਾਂ 'ਚ ਬੰਦੇ ਨੇ ਅਕਾਲੀ ਦਲ ਦੀ ਸੀਟ ਗੁਰੂ ਦੀ ਕਿਰਪਾ ਤੇ ਇੰਨੇ ਵਧੀ ਸਿੰਸੀਅਰ ਸਾਥੀਆਂ ਦੀ ਕੋਸ਼ਿਸ਼ ਦੇ ਨਾਲ ਜਿੱਤੀ ਆ, ਤੇ ਹੱਕ ਤੇ ਸਾਡਾ ਬਣਦਾ ਕਿ ਸਾਨੂੰ 2 ਦਿਨ ਅਸੀਂ ਦੋਵੇਂ ਕੱਢ ਕੇ ਦੇ ਦਿਆਂਗੇ। ਜਿੱਥੇ ਤੁਹਾਡਾ ਪਸੀਨਾ ਡੋਲਿਆ, ਖੂਨ ਡੋਲਣ ਨੂੰ ਤਿਆਰ ਸੀ ਇਹ ਸਾਰੇ ਤੁਹਾਡੇ ਸਮਰਥਕ, ਤਾਂ ਆਖਿਰ ਲਖਬੀਰ ਸਿੰਘ ਲੋਧੀ ਨੰਗਲ ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਇਹਨਾਂ ਨੇ ਉਹਨਾਂ ਦੀਆਂ ਭਾਵਨਾਵਾਂ ਦਾ, ਉਹਨਾਂ ਦੇ ਜਜ਼ਬਾਤਾਂ ਦਾ, ਸਮਰਥਕਾਂ ਦੇ ਵਿਸ਼ਵਾਸ ਦਾ ਕਤਲ ਕੀਤਾ। ਜਿਨ੍ਹਾਂ ਦੇ ਪਿੰਡ ਚੋਂ ਅੱਗੇ ਵੀ ਕਦੀ ਅਕਾਲੀ ਦਲ ਨਹੀਂ ਜਿੱਤਿਆ, ਜਿਨ੍ਹਾਂ ਨੇ ਅੱਗੇ ਵੀ ਕਦੀ ਅਕਾਲੀ ਦਲ ਦੀ ਮਦਦ ਨਹੀਂ ਕੀਤੀ। ਮੈਂ ਕਹਿਣਾ ਨਹੀਂ ਚਾਹੁੰਦਾ ਸ਼ੇਖਵਾ ਸਾਹਿਬ ਦੇ ਉੱਤੇ ਕਿੱਡਾ ਵੱਡਾ ਬਾਦਲ ਸਾਹਿਬ ਦਾ ਕਰਮ ਸੀ, ਉਹਦੇ ਹਰਿਆਣਾ ਨੂੰ ਵੀ ਕੈਬਨਿਟ ਮੰਤਰੀ ਬਣਾ ਦਿੰਦੇ ਰਹੇ, ਉਹਦੇ ਘਰ ਵੀ ਆ ਜੇ ਸੀਐਮ ਹੁੰਦਿਆਂ ਹੋਇਆ 15-16 ਦਿਨ ਰਹਿ ਕੇ ਗਏ, ਉਹਨਾਂ ਨੇ ਗਾਲਾਂ ਕੱਢਣ ਦੀ ਕੋਈ ਕਸਰ ਨਹੀਂ ਛੱਡੀ। ਐਸੇ ਕਿਹੜੇ ਹਾਲਾਤ ਖੜੇ ਹੋ ਗਏ ਤੁਹਾਡੇ ਸਾਹਮਣੇ ਕਿ ਤੁਸੀਂ ਬਟਾਲਾ ਹਲਕੇ ਤੋਂ ਵਿਰੋਧੀ ਕਹਿ ਰਹੇ ਕਿ ਤੌਬਾ ਕਰ ਗਏ? ਇਹ ਤੌਬਾ ਕਿਉਂ ਹੋ ਗਈ ਬਟਾਲਾ ਤੋਂ? ਮੈਂ ਇੱਕ ਤੇ ਹੱਥ ਮਾਰ ਕੇ ਕਹਿਣਾ ਟਿਕਟ ਅਨਾਉਂਸ ਹੋ ਜਾਂਦੀ ਹੈ ਨਾ, ਤੇ ਜੇ ਤੁਹਾਨੂੰ ਗਿਣਿਆ ਵੀ ਕੋਈ ਵਰਕਰ ਲੱਭ ਜੂਗਾ ਨਾ, ਕੀ ਬਾਤ, ਅਕਾਲੀ ਦਲ ਦਾ ਹੋਣਾ ਚਾਹੀਦਾ, ਉਹ ਸਾਰੇ ਹੀ ਛਾਲਾ ਮਾਰ ਕੇ ਅੱਗੇ ਲੱਗ ਕੇ ਚੱਲਣਗੇ। ਦਾ ਟੀਵੀ ਐਨਆਰਆਈ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਤੇ ਮੈਂ ਹਾਂ ਰਿਸ਼ਪਾਲ ਸਿੰਘ। ਅੱਜ ਆਪਣੀ ਇੱਕ ਬਹੁਤ ਹੀ ਖਾਸ ਦਿਲਕਸ਼ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਤੁਹਾਨੂੰ ਅਸੀਂ ਕਰਾਉਣ ਜਾ ਰਹੇ ਹਾਂ। ਸਿਆਸਤਦਾਨ ਦਾ ਅਗਰ ਜ਼ਿਕਰ ਕੀਤਾ ਤਾਂ ਦਰਵੇਸ਼ ਸਿਆਸਤਦਾਨ ਦੇ ਤੌਰ 'ਤੇ ਇਹਨਾਂ ਨੂੰ ਕਹਿੰਦੇ ਨੇ। ਹਰਮਨ ਪਿਆਰੇ ਨੇ, ਸੁਭਾਅ ਦੇ ਬਹੁਤ ਹੀ ਮਿਲਾਪੜੇ ਔਰ ਸੁਭਾਅ ਦੇ ਬਹੁਤ ਹੀ ਨਿੱਘੇ ਨੇ, ਔਰ ਨਾਮ ਹੈ ਲਖਬੀਰ ਸਿੰਘ ਲੋਧੀ ਨੰਗਲ। ਲੋਧੀ ਨੰਗਲ ਸਾਹਿਬ, ਆਪ ਜੀ ਦਾ ਬਹੁਤ ਬਹੁਤ ਸਵਾਗਤ। ਬਹੁਤ ਥੈਂਕ ਯੂ ਜੀ। ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਹਲਕਾ ਬਟਾਲਾ ਤੋਂ 70 ਸਾਲ ਦੇ ਵਿੱਚ ਇਹਨਾਂ ਨੇ ਇਤਿਹਾਸ ਸਿਰਜਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਇਹ ਜਿਹੜੀ ਸੀਟ ਹੈ ਇੱਥੋਂ ਦਾ ਜਿੱਤ ਕੇ ਇਹ ਤਾਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸਿਰ 'ਤੇ ਸਜਾਇਆ। ਸੋ ਇਤਿਹਾਸ ਸਿਰਜਣ ਵਾਲੇ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ। ਇਸ ਵੇਲੇ ਕਾਫੀ ਚਰਚਾਵਾਂ ਚੱਲ ਰਹੀਆਂ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਨੂੰ ਲੈ ਕੇ। ਕਿਹਾ ਵੀ ਜਾ ਰਿਹਾ ਹੈਗਾ ਕਿ ਚਾਹੇ ਹਲਕਾ ਫਤਿਹਗੜ੍ਹ ਚੂੜੀਆਂ ਹੈ, ਚਾਹੇ ਹਲਕਾ ਬਟਾਲਾ ਹੈ, ਤੇ ਜਾਂ ਬਟਾਲੇ ਦੇ ਆਸ-ਪਾਸ ਹੋਰ ਵੀ ਕਈ ਹਲਕੇ ਨੇ ਜਿੱਥੇ ਬਹੁਤ ਹੀ ਜ਼ਿਆਦਾ ਮਾਣ, ਸਤਿਕਾਰ ਔਰ ਪਿਆਰ ਮਿਲਦਾ ਹੈ ਲਖਬੀਰ ਸਿੰਘ ਲੋਧੀ ਨੰਗਲ ਜੀ। ਪਰ ਪਿਛਲੇ ਦਿਨੀ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਹੁਣਾਂ ਵੱਲੋਂ ਇੱਕ ਬਿਆਨ ਜਾਰੀ ਹੁੰਦਾ ਹੈ ਜਿਹਦੇ ਵਿੱਚੋਂ ਇਸ਼ਾਰਾ ਕਰਦੇ ਨੇ ਕਿ ਹਲਕਾ ਫਤਿਹਗੜ੍ਹ ਚੂੜੀਆਂ ਤੋਂ 2022 ਦੇ ਵਿੱਚ ਇਲੈਕਸ਼ਨ ਲੜ ਸਕਦੇ, ਜਿਹਨੂੰ ਲੈ ਕੇ ਹਰ ਕੋਈ ਆਪੋ ਆਪਣੇ ਵਿਚਾਰ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ 'ਤੇ ਸਾਂਝੇ ਕਰ ਰਿਹਾ। ਸੋ ਇਹਨਾਂ ਹੀ ਕੁਝ ਵਿਚਾਰਾਂ ਨੂੰ ਲੈ ਕੇ ਅਸੀਂ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਦੇ ਨਾਲ ਉਹ ਸਵਾਲ ਕਰਾਂਗੇ, ਔਰ ਉਹਨਾਂ ਸਵਾਲਾਂ ਦੇ ਜਵਾਬ ਬਹੁਤ ਹੀ ਵਾਜਿਬ ਔਰ ਦਲੀਲ ਦੇ ਨਾਲ ਤੁਹਾਨੂੰ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਦੇਣਗੇ, ਕਿਉਂਕਿ ਇਹਨਾਂ ਦੀ ਹਾਜ਼ਰ ਜਵਾਬੀ ਇਹ ਸਭ ਜਾਣਦੇ ਨੇ ਜੀ। ਲੋਧੀ ਨੰਗਲ ਸਾਹਿਬ, ਆਖਿਰ ਬਟਾਲਾ ਦਾ ਜਿਹੜਾ ਜ਼ਿਕਰ ਕਰੀਏ ਤਾਂ ਬਟਾਲਾ 70 ਸਾਲ ਦੇ ਵਿੱਚ ਕਦੀ ਸ਼੍ਰੋਮਣੀ ਅਕਾਲੀ ਦਲ ਕੋਲੋਂ ਜਿੱਤਿਆ ਨਹੀਂ ਸੀ। ਲਖਬੀਰ ਸਿੰਘ ਲੋਧੀ ਨੰਗਲ ਬਟਾਲਾ ਦੀ ਸੀਟ ਜਿੱਤਦੇ ਨੇ, ਸ਼੍ਰੋਮਣੀ ਅਕਾਲੀ ਦਲ ਦਾ ਮਾਣ ਵੱਧਦਾ ਹੈ, ਔਰ ਜ਼ਿਲ੍ਹੇ ਗੁਰਦਾਸਪੁਰ ਤੋਂ ਇਕਲੌਤੀ 2017 ਦੇ ਵਿੱਚ ਸੀਟ ਜਿੱਤੀ ਜਾਂਦੀ, ਜਿਹੜੀ ਅੱਜ ਤੱਕ ਜਿੱਤੀ ਹੀ ਨਹੀਂ ਹੈ। ਇਤਿਹਾਸ ਸਿਰਜਣ ਵਾਲਾ ਲਖਬੀਰ ਸਿੰਘ ਲੋਧੀ ਨੰਗਲ ਬਟਾਲੇ ਤੋਂ ਦੂਰੀ ਕਿਉਂ ਬਣਾ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਅਸਲ ਰਿਸ਼ਪਾਲ ਜੀ, ਦੂਰੀ ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ, ਕਿਉਂਕਿ ਬਟਾਲਾ ਸਾਡਾ ਇਹਨਾਂ ਸਾਰੇ ਹਲਕਿਆਂ ਦਾ ਸੈਂਟਰ ਆ ਜੀ। ਚਾਹੇ ਉਹ ਡੇਰਾ ਹਲਕਾ ਹੈ, ਚਾਹੇ ਸ੍ਰੀ ਹਰਗੋਬਿੰਦਪੁਰ ਆ, ਈਵਨ ਕਾਦੀਆਂ ਵੀ 50% ਇਹਦੇ ਵਿੱਚ ਆਉਂਦਾ, ਬਟਾਲਾ ਤੇ ਆਉਂਦਾ ਹੀ ਆਉਂਦਾ, ਫਤਿਹਗੜ੍ਹ ਚੂੜੀਆਂ ਸਾਰਾ ਜੀ। ਇਹ ਜਿਹੜਾ ਦਫ਼ਤਰ ਆ ਬਟਾਲਾ ਜਿੱਥੇ ਆਪਾਂ ਬੈਠੇ ਆ ਜੀ ਜੀ, ਪਿਛਲੇ ਸਨ 12 ਤੋਂ ਲੈ ਕੇ ਅੱਜ ਤੱਕ ਇੱਥੇ ਸਾਰੇ ਹਲਕਿਆਂ ਦੇ ਸਾਡੇ ਅਕਾਲੀ ਵਰਕਰ ਔਰ ਦੂਸਰੇ ਸਾਥੀ ਵੀ ਜਿਨ੍ਹਾਂ ਨੂੰ ਵੀ ਕੋਈ ਕੰਮ ਕਾਜ ਦੀ ਲੋੜ ਪੈਂਦੀ ਰਹੀ ਆ ਸਾਡੇ ਕੋਲੋਂ ਮਦਦ ਲੈਣ ਦੀ, ਉਹ ਇੱਥੇ ਆਉਂਦੇ ਰਹੇ ਜੀ। ਔਰ ਅਸੀਂ ਬਿਨਾਂ ਭਿੰਨ ਭੇਦ, ਜਾਤ ਪਾਤ, ਧਰਮਵਾਦ ਤੋਂ ਉੱਪਰ ਉੱਠ ਕੇ ਜੀ, ਤੇ ਨਾ ਕਦੀ ਅਸੀਂ ਕੋਈ ਹਲਕਾਬੰਦੀ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਜਿਹਦੀ ਜਿੰਨੀ ਲੋੜ ਹੋਵੇ ਉਹਦੇ ਮੁਤਾਬਕ ਜੋ ਅਸੀਂ ਕਰ ਸਕਦੇ ਹਾਂ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ ਜੀ। ਇਹੋ ਕਾਰਨ ਹੈ ਕਿ ਅੱਜ ਸਾਰੇ ਹਲਕਿਆਂ ਦੇ ਲੋਕ
ਇਸ ਕਲਯੁਗ ਦੇ ਸਮੇਂ ਵਿੱਚ ਜਿਹਦੇ ਰਾਜਨੀਤਿਕ ਲੋਕਾਂ ਨੂੰ ਲੋਕ ਲਾਈਕ ਨਹੀਂ ਕਰਦੇ, ਮੈਂ ਬੜਾ ਅਕਾਲ ਪੁਰਖ ਬਾਬੇ ਨਾਨਕ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਜਿੱਥੇ ਵੀ ਕਿਤੇ ਗੱਲ ਹੁੰਦੀ ਆ, ਜਿਵੇਂ ਤੁਸੀਂ ਕਿਹਾ ਆ, ਲੋਕ ਸਾਨੂੰ ਪਿਆਰ ਦੇ ਨਾਲ ਬੋਲਦੇ ਨੇ, ਸਾਡੇ ਪ੍ਰਤੀ ਚੰਗੇ ਸ਼ਬਦ ਬੋਲਦੇ ਨੇ। ਇਹ ਬੜੀ ਵੱਡੀ ਮਾਣ ਵਾਲੀ ਗੱਲ ਆ ਅਕਾਲ ਪੁਰਖ ਦੀ ਕਿਰਪਾ ਨਾਲ ਜੀ। ਮੈਂ ਤਾਂ ਕੁਛ ਵੀ ਨਹੀਂ, ਮੈਂ ਤਾਂ ਇੱਕ ਨਿਮਾਣਾ ਜਿਹਾ ਆਦਮੀ ਆ। ਤੋ ਇਹ ਜਿਹੜੀ ਦੂਰੀ ਬਣਾਉਣ ਵਾਲੀ ਤੁਸੀਂ ਗੱਲ ਕਹੀ ਆ, ਅਸਲ ਵਿੱਚ ਮੇਰਾ ਪਿੰਡ ਲੋਧੀ ਨੰਗਲ ਆ ਜੀ। ਲੋਧੀ ਨੰਗਲ ਜਿਹੜਾ ਆ ਉਹ ਫਤਿਹਗੜ੍ਹ ਚੂੜੀਆਂ ਜਿਹੜਾ ਨਵਾਂ ਹਲਕਾ ਬਣਿਆ ਜੀ ਜੀ। ਉਹਦੇ ਆਲਮੋਸਟ ਸੈਂਟਰ ਜਿਹਾ ਦੇ ਵਿੱਚ ਪੈ ਜਾਂਦਾ। ਠੀਕ ਹੈ ਜੀ। ਪਹਿਲੋਂ ਇਸ ਏਰੀਏ ਦਾ ਨਾਂ ਕਾਦੀਆਂ ਹਲਕਾ ਹੁੰਦਾ ਸੀ ਜੀ। ਕਾਦੀਆਂ ਤੋਂ ਮੈਂ 1985 'ਚ ਇੰਡੀਪੈਂਡੈਂਟ ਚੋਣ ਲੜੀ। ਉਸ ਤੋਂ ਪਹਿਲਾਂ ਮੈਂ ਜਥੇਦਾਰ ਸਰੂਪ ਵਾਲੀ ਸਾਹਿਬ ਦਾ ਬੜਾ ਮੋਹਤਬਰ ਵਰਕਰਾਂ ਦੇ ਵਿੱਚੋਂ ਸਾਂ, ਉਹਨਾਂ ਦੀਆਂ ਵੀ ਇਲੈਕਸ਼ਨਾਂ 2 ਲੜੀਆਂ। ਫਿਰ ਮੈਂ 91 'ਚ ਇਲੈਕਸ਼ਨ ਲੜ ਰਿਹਾ ਹਾਂ, ਜਦੋਂ ਕੈਂਸਲ ਹੋ ਗਈ। 97 'ਚ ਟਿਕਟ ਨਾ ਮਿਲੀ, ਉਦੋਂ ਫਿਰ ਜਿਹੜੀ ਆ ਉਹ ਕਾਗਜ਼ ਵਾਪਸ ਲਏ, ਉਦੋਂ ਵੀ ਇਲੈਕਸ਼ਨ ਲੜਨੀ ਚਾਹੁੰਦੇ ਸਾਂ, ਇੱਥੋਂ ਵੀ ਤੇ ਫਤਿਹਗੜ੍ਹੋਂ ਵੀ ਜੀ। ਦਰਅਸਲ ਇਹ ਵੀ ਹਾਲਾਤ ਐਸੇ ਬਣੇ ਕਿ ਡੀਲਿਮੀਟੇਸ਼ਨ ਦੇ ਵਿੱਚ ਗੁਰਦਾਸਪੁਰ ਦਾ ਇੱਕ ਹਲਕਾ ਘਟ ਗਿਆ ਤੇ ਇੱਕ ਰਿਜ਼ਰਵ ਹੋ ਗਿਆ ਸ੍ਰੀ ਹਰਗੋਬਿੰਦਪੁਰ ਜੀ। ਇੱਥੇ ਪੁਰਾਣੇ ਲੀਡਰ ਸੀ ਸਾਡੇ, ਕਾਲੋ ਸਾਹਿਬ ਸੀ ਵੱਡੇ ਸਪੀਕਰ ਸਾਹਿਬ ਸਾਬਕਾ ਜਿਹੜੇ ਨੇ, ਲਗਾਹ ਸਾਹਿਬ ਸੀ, ਸੇਖਵਾਂ ਸਾਹਿਬ ਸੀ, ਕਿਉਂਕਿ ਇਹਨਾਂ ਦਾ ਬਾਦਲ ਸਾਹਿਬ ਦੇ ਨਾਲ ਜ਼ਿਆਦਾ ਨੇੜ ਸੀ, ਜ਼ਿਆਦਾ ਵਿਸ਼ਵਾਸ ਸੀ। ਇਹਨਾਂ ਨੇ ਫਿਰ ਆਪਣੀ ਪਲੈਨਿੰਗ ਨਾਲ, ਕਿਉਂਕਿ ਇਹ ਸਨ ਪੁਰਾਣੇ ਸਮੇਂ ਤੋਂ ਵੀ ਮੇਰੇ ਨਾਲ ਇਸੇ ਗੱਲੋਂ ਹੀ ਮੈਨੂੰ ਪਿਛਾਂ ਦੱਬ ਕੇ ਕਰਦੇ ਰਹੇ ਵੀ ਇਹ ਜਿਹੜਾ ਆ ਪਾਪੂਲਰ ਆ, ਲੋਕ ਇਹਨਾਂ ਪਿਆਰ ਕਰਦੇ ਨੇ ਤੇ ਇਹਨੂੰ ਜਿੰਨਾ ਪਿੱਛੇ ਰੱਖਿਆ ਜਾਵੇ ਉਹਨਾਂ ਚੰਗਾ। ਹਾਲਾਂਕਿ ਪਾਰਟੀ ਨੂੰ ਉੱਪਰ ਲੈ ਕੇ ਜਾਣ ਵਾਸਤੇ ਤੇ ਜਿਹੜੇ ਬੰਦੇ ਵੀ ਪਾਪੂਲਰ ਨੇ, ਲੋਕ ਸੇਵਕ ਨੇ, ਉਹਨਾਂ ਨੂੰ ਨਾਲ ਲੈਣਾ ਚਾਹੀਦਾ। ਪਰ ਚਲੋ ਇਹ ਆਪੋ ਆਪਣੀ ਪੋਲੀਟੀਕਲ ਸੋਚ ਹੁੰਦੀ ਆ। ਉਹ ਸਮਾਂ ਲੰਘ ਗਿਆ ਤੇ ਡੀਲਿਮੀਟੇਸ਼ਨ ਦੇ ਵਿੱਚ ਜਦੋਂ ਜਿਹੜਾ ਪੁਰਾਣਾ ਫਤਿਹਗੜ੍ਹ ਚੂੜੀਆਂ ਸੀ ਉਹਦੇ ਵਿੱਚੋਂ 29-30 ਬੂਥ ਜਿਹੜੇ ਨੇ ਨਵੇਂ ਫਤਿਹਗੜ੍ਹ ਚੂੜੀਆਂ 'ਚ ਆ ਗਏ। ਬਾਕੀ ਤਕਰੀਬਨ ਉਹ 68-69-70% ਹਲਕਾ ਜਿਹੜਾ ਉਹ ਡੇਰਾ ਬਾਬਾ ਨਾਨਕ ਕਾਂਸਟੀਚੁਐਂਸੀ ਦਾ ਨਾਂ ਨਵਾਂ ਆਇਆ। ਪਹਿਲੋਂ ਡੇਰਾ ਬਾਬਾ ਨਾਨਕ ਵਾਲਾ ਜਿਹੜਾ ਏਰੀਆ ਸੀ ਸਾਰਾ ਫਤਿਹਗੜ੍ਹ ਹਲਕੇ ਦੇ ਵਿੱਚ ਹੀ ਪੈਂਦਾ ਸੀ, ਕਲਾਨੌਰ ਦੇ ਲਾਗੇ ਤੱਕ ਚਲੇ ਜਾਂਦਾ ਸੀ। ਚਲੋ ਉਹ ਇਸ ਤਰ੍ਹਾਂ ਹਾਲਾਤ ਦੇ ਵਿੱਚ 29-30 ਬੂਥ ਇਹਨਾਂ ਦੇ ਇਹ ਨਵੇਂ ਹਲਕੇ 'ਚ ਆਏ ਪੁਰਾਣੇ ਫਤਿਹਗੜ੍ਹ 'ਚੋਂ। ਅਤੇ ਜਿਹੜਾ ਧਾਰੀਵਾਲ ਹਲਕਾ ਸੀ ਜਿੱਥੇ ਜਥੇਦਾਰ ਲਗਾਹ ਇਲੈਕਸ਼ਨ ਲੜਿਆ ਕਰਦੇ ਸੀ, ਉਹਦੇ ਵਿੱਚੋਂ ਤਕਰੀਬਨ ਜਿਹੜਾ ਆ ਕੁਛ ਇਹਨਾਂ ਵਾਂਗੂ, ਜਿਸ ਤਰ੍ਹਾਂ ਇਹ ਏਰੀਆ ਨਵੇਂ ਫਤਿਹਗੜ੍ਹ 'ਚ ਆ ਗਿਆ, ਉਹਨਾਂ ਦਾ ਕੁਛ ਡੇਰੇ 'ਚ ਆ ਗਿਆ ਅਤੇ ਬਾਕੀ ਉਹਨਾਂ ਦਾ ਕਾਦੀਆਂ ਕਾਨੂੰਵਾਨ ਰਲਾ ਕੇ ਤੇ ਕਾਦੀਆਂ, ਉਹਦਾ ਨਾਂ ਕਾਦੀਆਂ ਬਣ ਗਿਆ ਜੀ। ਜਿਹੜਾ ਪੁਰਾਣਾ ਕਾਦੀਆਂ ਹਲਕਾ ਸੀ ਉਹਦੇ ਵਿੱਚੋਂ ਸਿਰਫ ਕਾਦੀਆਂ ਸਿਟੀ ਤੇ 3-4 ਪਿੰਡ ਜਿਹੜੇ ਨੇ ਉਹ ਰਹਿ ਗਏ। ਉਹਦਾ ਨਾਂ ਇਸ ਕਰਕੇ ਰੱਖਿਆ ਗਿਆ ਕਿ ਉਹ ਮੁਸਲਮਾਨਾਂ ਦਾ ਬੜਾ ਮੱਕਾ ਮਦੀਨਾ ਆ, ਤੇ ਉਹਨਾਂ ਦੇ ਕਾਦੀਆਂ ਹਲਕੇ ਦੇ ਨਾਂ ਨੂੰ ਉਹਨਾਂ ਅਪਰੋਚ ਕੀਤਾ ਗੁਲਾਮ ਨਬੀ ਆਜ਼ਾਦ ਹੋਣਾ ਕੋ ਵੀ ਸਾਡਾ ਨਾਂ ਬਦਲਿਆ ਜਾਵੇ, ਤੇ ਉਹ ਨਾਂ ਉਹਦਾ ਕਾਦੀਆਂ। ਹਾਲਾਂਕਿ ਉਹ ਕਾਨੂੰਵਾਨ ਤੇ ਧਾਰੀਵਾਲ ਦੋਨਾਂ ਹਲਕਿਆਂ ਨੂੰ ਰਲਾ ਕੇ ਉਹ ਹਲਕਾ ਬਣਿਆ ਸੀ ਜੀ। ਉਹ ਚਲੋ ਸਮਾਂ ਲੰਘ ਗਿਆ। ਜਿਸ ਵੇਲੇ ਇਲੈਕਸ਼ਨ ਆ ਗਈ 12 ਦੀ, ਤੇ ਅਸੀਂ ਬਾਦਲ ਸਾਹਿਬ ਦੀ ਬੜੀ ਵੱਡੀ ਮਿਹਰਬਾਨੀ ਸਮਝਦੇ ਹਾਂ, ਸਰਦਾਰ ਸੁਖਬੀਰ ਸਿੰਘ ਜੀ ਦੀ ਬੜੀ ਮਿਹਰਬਾਨੀ ਆ, ਮਜੀਠਾ ਜੀ ਨੇ ਬੜੀ ਵੱਡੀ ਇਹਦੇ ਵਿੱਚ ਪਾਰਟ ਪਲੇ ਕੀਤਾ ਜੀ ਕਿ ਆਹ ਬਟਾਲਾ ਹਲਕਾ ਜਿਹੜਾ ਸੀ ਇਹ ਬੀਜੇਪੀ ਕੋਲ ਸੀ ਜੀ ਜੀ ਜੀ, ਤੇ ਬੀਜੇਪੀ ਨਾਲ ਐਕਸਚੇਂਜ ਕਰਕੇ ਕੋਈ ਹਲਕਾ ਉਹਨਾਂ ਨੂੰ ਲੁਧਿਆਣੇ ਤੋਂ ਸ਼ਾਇਦ ਦਿੱਤਾ, ਤੇ ਇਹ ਜਿਹੜਾ ਹਲਕਾ ਅਕਾਲੀ ਦਲ ਨੇ ਲੈ ਲਿਆ। ਠੀਕ ਹੈ ਜੀ। ਤੇ ਮੈਂ 12 ਦੇ ਵਿੱਚ ਉਦੋਂ ਸਾਰੇ 16, 17, 18 ਦਿਨ ਰਹਿੰਦੇ ਸੀ ਇਲੈਕਸ਼ਨ 'ਚ, ਜਦੋਂ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੱਦ ਕੇ ਜਲਾਲਾਬਾਦ ਕਿਹਾ ਕਿ ਤੁਸੀਂ ਬਟਾਲਾ ਜਾ ਕੇ ਇਲੈਕਸ਼ਨ ਲੜੋ। ਤਾਂ ਮੈਂ ਸੋਚਿਆ ਵੀ ਟਾਈਮ ਬੜਾ ਥੋੜ੍ਹਾ, ਪਰ ਪਾਰਟੀ ਦਾ ਹੁਕਮ ਸੀ। ਮੈਂ ਕਿਹਾ ਚਲੋ ਬਟਾਲੇ ਚਲੇ ਗਏ। ਬਟਾਲੇ ਤੁਹਾਨੂੰ ਪਤਾ ਹੀ ਉਸ ਵੇਲੇ ਬੀਜੇਪੀ ਨੂੰ ਬੜੀ ਵੱਡੀ ਜਲਸੀ ਸੀ ਕਿ ਸਾਡੀ ਸੀਟ ਖੁੱਸ ਗਈ ਆ। ਇਹਨਾਂ ਮਰਨ ਵਰਤ ਵੀ ਰੱਖੇ ਸੀ, ਭੁੱਖ ਹੜਤਾਲਾਂ ਵੀ ਕੀਤੀਆਂ ਸੀ। ਮੈਂ ਤਾਂ ਬੇਨਤੀ ਕੀਤੀ ਵੀ ਮੇਰਾ ਤਾਂ ਕੋਈ ਕਸੂਰ ਨਹੀਂ ਗਾ, ਪਾਰਟੀ ਢਾਡੀ ਨੇ, ਪਾਰਟੀ ਸਾਡੀ ਦੇ ਨਾਲ ਹਲਕਾ ਇੱਕ ਵਟਾਇਆ ਆ, ਤੇ ਇੱਕ ਤੁਹਾਨੂੰ ਦਿੱਤਾ, ਇੱਕ ਲਿਆ ਆ। ਬਿਲਕੁਲ। ਤੇ ਜਿੱਥੇ ਤੁਹਾਨੂੰ ਸੀਟ ਦਿੱਤੀ ਆ ਉੱਥੇ ਅਕਾਲੀ ਦਲ ਨੇ ਜੋੜ ਦੇ ਕੇ ਮਦਦ ਕਰਨੀ ਹੈ, ਇੱਥੇ ਤੁਹਾਨੂੰ ਕਰਨੀ ਚਾਹੀਦੀ ਆ। ਪਰ ਬਹੁਤ ਵੱਡਾ ਧੋਖਾ ਹੋਇਆ। 110 ਬੂਥ ਸੀ ਸ਼ਹਿਰ ਦੇ, ਉਹਨਾਂ ਸਾਰਿਆਂ ਦਾ ਮੈਂ ਇਹਨਾਂ ਨੂੰ ਜੋ ਵੀ ਪੇਪਰ ਪਾਪਰ ਸਾਰਾ ਕੁਛ ਛਾਬੀ ਭਾਜੀ ਜੋ ਇਹਨਾਂ ਨੂੰ ਦੇ ਕੇ 110 ਬੂਥਾਂ ਦੀ, ਤੇ
ਇਲੈਕਸ਼ਨ ਦੇ ਵਿੱਚ ਮੇਰੇ ਨਾਲ ਕਈ ਬੰਦੇ ਤੁਰੇ ਵੀ ਆਵੇਂ ਮੈਂ ਕਹਾਂ, ਪਰ ਇਲੈਕਸ਼ਨ ਵਾਲੇ ਦਿਨ ਜਦੋਂ ਮੈਂ ਬੂਥ ਚੈੱਕ ਕਰਨ ਗਿਆ ਤੇ 82 ਬੂਥ ਜਿਹੜੇ ਸੀ ਉਹ ਖਾਲੀ ਸੀ, ਉਹਨਾਂ ਦੇ ਉੱਤੇ ਉਹਨਾਂ ਨੇ ਕੋਈ ਬੰਦਾ ਹੀ ਨਹੀਂ ਪਾਇਆ, ਕਿਉਂਕਿ ਸਾਡਾ ਉੱਥੇ ਵਰਕਰ ਕੋਈ ਨਹੀਂ ਸੀ ਜੀ। ਲੰਮੇ ਸਮੇਂ ਤੋਂ ਇੱਥੇ ਇਸ ਸੀਟ ਦੇ ਉੱਤੇ ਬੀਜੇਪੀ ਦਾ ਤੇ ਕਾਂਗਰਸ ਦੀ ਲੜਾਈ ਹੁੰਦੀ ਸੀ। ਔਰ ਪਿਛਲੇ ਸਮੇਂ ਦਾ ਵੀ ਇਤਿਹਾਸ ਵੇਖੋ ਨਾ, ਤੇ ਬੀਜੇਪੀ ਤੇ ਅਕਾਲੀ ਦਲ ਦਾ ਜਦੋਂ ਅਲਾਇੰਸ ਸੀ ਉਦੋਂ ਵੀ ਇਹ ਕਦੀ 79 ਤੇ ਕਦੀ 382 ਤੇ ਜਿੱਤਦੇ ਰਹੇ ਨੇ। ਠੀਕ ਹੈ ਜੀ। ਉਹ ਹਾਲਾਤ ਮੈਂ ਬੈਠ ਗਿਆ ਵੀ ਗੱਲ ਜਿਹੜੀ ਹੈਗੀ ਆ ਵੀ ਜਦੋਂ ਬੰਦੇ ਹੀ ਨਹੀਂ ਉੱਥੇ ਬੈਠੇ ਤੇ ਵੋਟਾਂ ਕਿੱਥੋਂ ਪੈਣੀਆਂ ਨੇ। ਇੱਕ ਤਰਫੀਆਂ ਵੋਟਾਂ ਪਈਆਂ, ਚਲੋ ਮੈਂ 18,000 ਦੀ ਵੋਟ ਨਾਲ ਉਦੋਂ ਹਾਰ ਗਿਆ, ਪਰ ਕਿਉਂਕਿ ਮੈਂ ਜ਼ਿਮੀਂਦਾਰ ਆਦਮੀ ਆ, ਪੱਕੇ ਇਰਾਦੇ ਦਾ ਸੀ, ਮੈਂ ਫਿਰ ਆਹ ਦਫ਼ਤਰ ਸਾਰਾ ਹੀ ਵੱਡਾ ਪ੍ਰਬੰਧ ਕਰਕੇ, ਮੇਰਾ ਖਿਆਲ ਪੰਜਾਬ ਦੇ ਕਿਸੇ ਵਿਰਲੇ ਐਮਐਲਏ ਕੋਈ ਇੰਨਾ ਦਫ਼ਤਰ ਦਾ ਪ੍ਰਬੰਧ ਹੋਊਗਾ ਜਿਹੜਾ ਮੈਂ ਇੱਥੇ ਉੱਪਰ ਰੈਜ਼ੀਡੈਂਸ ਵੀ ਬਣਾਇਆ, ਦਫ਼ਤਰ ਬਣਾਇਆ, ਕੰਪਿਊਟਰ ਸਿਸਟਮ ਲਾਇਆ, ਬੰਦੇ ਲਾ ਦਿੱਤੇ ਵੀ ਆਪਾਂ ਲੋਕਾਂ ਦੀ ਸੇਵਾ ਕਰਨੀ ਹੈ ਜੀ। ਬਾਬੇ ਨਾਨਕ ਦੇ ਸਹੁਰਿਆਂ ਦਾ ਸ਼ਹਿਰ ਆ, ਬਾਬੇ ਨਾਨਕ ਦਾ ਮੈਂ ਬੜਾ ਸ਼ਰਧਾਲੂ ਹਾਂ। ਚਲੋ ਮੈਂ ਇੱਥੇ ਲੱਕ ਬੰਨ੍ਹ ਕੇ ਸਵੇਰੇ ਆ ਜਾਣਾ 9 ਵਜੇ ਦਫ਼ਤਰ 'ਚ ਕਲਰਕਾਂ ਵਾਂਗੂ, ਰਾਤ 11-12 ਵਜੇ ਤੱਕ ਲੋਕਾਂ ਦੀ ਸੇਵਾ 'ਚ ਰੁੱਝਾ, ਲੋਕਾਂ ਦੇ ਨਾਲ ਅਟੈਚਮੈਂਟ ਮੇਰੀ ਵਧੀ। ਕਰਦਿਆਂ ਮੁੜ ਕੇ ਆ ਗਈਆਂ ਇੱਥੇ ਮਿਊਨਿਸਪੈਲਿਟੀ ਦੀਆਂ ਚੋਣਾਂ ਜੀ। ਅੱਗੇ ਇੱਥੇ ਸਾਡੇ 4-5 ਹੀ 6 ਵੱਧ ਤੋਂ ਵੱਧ ਅਕਾਲੀ ਦਲ ਨੂੰ ਇਹ ਦਿੰਦੇ ਹੁੰਦੇ ਸੀ, ਕੌਂਸਲਰ ਉਹ ਲੜਦੇ ਹੁੰਦੇ ਸੀ। ਮੈਂ ਕਿਹਾ ਵੀ ਇਹ ਤੇ ਹੁਣ ਵੇਖੋ ਸੀਟ ਉਦੋਂ ਬੀਜੇਪੀ ਦੀ ਸੀ, ਇਸ ਕਰਕੇ ਸਾਨੂੰ 5-6 ਮਿਲਦੇ ਸੀ, ਹੁਣ ਇਹਨਾਂ ਨੂੰ 5-6 ਚਾਹੀਦੇ ਆ ਕਿਉਂਕਿ ਸੀਟ ਅਕਾਲੀ ਦਲ ਦੀ ਆ। ਪਰ ਇਹ ਰਫੜ ਬੜਾ ਪਾਇਆ, ਇਹਨਾਂ ਨੇ ਕਿਹਾ ਨਹੀਂ ਜੀ ਅਸੀਂ ਇਹ ਆ। ਮੈਨੂੰ ਬਾਦ ਸਾਹਿਬ ਨੇ ਵੀ ਕਿਹਾ, ਮੈਂ ਬਾਦ ਸਾਹਿਬ ਨੂੰ ਦੱਸਿਆ, ਮੈਂ ਕਿਹਾ ਜੀ ਜਦੋਂ ਉਹਨਾਂ ਨੇ ਮੁੜ ਕੇ ਵਾਰਡ 'ਚ ਮੈਂ ਬੰਦਾ ਨਹੀਂ ਖੜਾ ਕਰਨਾ ਤੇ ਮੇਰੇ ਬੂਥ ਤੇ ਬਹਿਣਾ ਕਿਸੇ ਨੇ, ਜਾਂ ਦਫ਼ਤਰ ਬੰਦ ਕਰ ਦਿੰਦੇ ਆ ਤੇ ਜਾਂ ਆਪਾਂ ਇਲੈਕਸ਼ਨ ਲੜਦੇ ਆ। ਚਲੋ ਬਾਦ ਸਾਹਿਬ ਬੜੇ ਦੂਰ ਦ੍ਰਿਸ਼ਟੀ ਸਿਆਣੇ ਸੀ, ਉਹਨਾਂ ਆਖਿਆ ਚਲੋ ਕਾਕਾ ਤੂੰ ਵੀ ਸਾਰੀਆਂ ਲੜ ਲੈ, ਇਹ ਵੀ ਸਾਰੀਆਂ ਲੜ ਲੈਣ, ਨਾਲੇ ਪਤਾ ਲੱਗ ਜਾਵੇ। ਚਲੋ ਅਸੀਂ ਲੜੀਆਂ ਇਲੈਕਸ਼ਨਾਂ, ਤੁਹਾਡੇ ਸਾਹਮਣੇ ਅਸੀਂ 18 ਸੀਟਾਂ ਦੇ ਉੱਤੇ ਕਾਬਜ਼ ਹੋ ਗਏ ਜੀ। ਕੁਛ 2-3 ਸਾਡੇ ਨਾਲ ਆ ਗਏ, ਕੁਛ ਅਸੀਂ ਸਿੱਧੀਆਂ ਜਿੱਤ ਲਈਆਂ। ਅਜੇ 5-4 ਸੀਟਾਂ ਅਜੇ ਸਾਡੀਆਂ ਜਿਹੜੀਆਂ ਸੀ ਅਨਪਲੈਨਡ ਹੋਣ ਕਰਕੇ ਰਹਿ ਗਈਆਂ। ਉਸ ਹਾਲਾਤ ਦੇ ਵਿੱਚ ਕਿਉਂਕਿ ਕਾਂਗਰਸ ਦੀ ਮਦਦ ਕੀਤੀ ਸੀ ਇਹਨਾਂ ਨੇ, ਬੀਜੇਪੀ ਵਾਲਿਆਂ ਨੇ ਮੇਰੀ ਇਲੈਕਸ਼ਨ ਵਿੱਚ, ਇਹਨਾਂ ਗੰਢ ਸੰਢ ਕਰਕੇ ਦੋਨਾਂ ਪਾਰਟੀਆਂ ਨੇ ਇਕੱਠਿਆਂ ਹੋ ਕੇ ਸਾਡਾ 18 ਮੈਜੋਰਿਟੀ ਸੀ। ਸਾਡਾ ਇੱਕ ਬੰਦਾ ਸਾਬਕਾ ਸਪੀਕਰ ਸਾਹਿਬ ਦਾ ਬੇਟਾ ਫਰਜ਼ੰਦ ਜਿਹੜਾ ਬੜਾ ਅੱਜ ਕੱਲ੍ਹ ਕਈ ਵਾਰਾਂ ਵੱਧ ਘੱਟ ਵੀ ਗੱਲਾਂ ਕਰ ਲੈਂਦਾ ਸੁਭਾਅ ਦੇ ਮੁਤਾਬਕ, ਉਹ ਸਾਡਾ ਇੱਕ ਬੰਦਾ ਚੁੱਕ ਕੇ ਲੈ ਗਿਆ। ਅੱਛਾ, ਸਾਨੂੰ ਚੇਤਾ ਵੀ ਨਹੀਂ ਵੀ ਕੋਈ ਐਸਾ ਕਰੂਗਾ ਸਾਡੇ ਮਨ 'ਚ। ਅਸੀਂ ਆਪਣੇ ਹਲਕੇ 'ਚ, ਉਹ ਆਪਣੇ ਹਲਕੇ 'ਚ, ਗੱਲ ਮੁੱਕੀ। ਚਲੋ ਸਾਡਾ ਕੈਂਡੀਡੇਟ ਜਿਹੜਾ ਸੀ ਤੁਹਾਡੇ ਸਾਹਮਣੇ ਅਸੀਂ ਬਿੱਟੂ ਨੂੰ ਪ੍ਰਪੋਜ਼ ਕੀਤਾ ਉਸ ਵੇਲੇ ਲਾਸਟ ਮੂਮੈਂਟ 'ਤੇ ਜੀ। ਤੇ ਇਹ ਸਾਡਾ ਕੈਂਡੀਡੇਟ ਐਲਾਨ ਕਰਕੇ ਸਾਡੀ ਕਮੇਟੀ ਜਿਹੜੀ ਆ, ਮੈਂ ਕਹਿੰਦਾ ਬੜਾ ਵੱਡਾ ਵਿਸ਼ਵਾਸਘਾਤ ਅਕਾਲੀ ਦਲ ਦੇ ਨਾਲ ਤੇ ਕੌਮ ਨਾਲ ਕੀਤਾ ਗਿਆ ਕਿ ਪਹਿਲੀ ਵਾਰਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰਾਂ ਦੀ ਕਮੇਟੀ ਬਣਨੀ ਸੀ ਔਰ ਸਰਦਾਰ ਇੱਥੇ ਇਸ ਕਮੇਟੀ ਦਾ ਪ੍ਰਧਾਨ ਬਣਨਾ ਸੀ, ਜਿਹੜਾ ਪਿੱਠ ਵਿੱਚ ਛੁਰਾ ਮਾਰ ਕੇ ਬਣ ਨਾ ਦਿੱਤਾ। ਔਰ ਜਿਹੜਾ ਐਡਾ ਵੱਡਾ ਗੁਨਾਹ ਹੈ ਜਿਹੜਾ ਕਦੀ ਕਾਬਲੇ ਮਾਫੀ ਨਹੀਂ। ਪਰ ਸਮਾਂ ਲੰਘ ਗਿਆ, ਪਾਰਟੀ ਕੋ ਹੀ ਗਿਲਾ ਵੀ ਕੀਤਾ, ਉਹਨਾਂ ਕਿਹਾ ਚਲੋ ਅਸੀਂ ਇਹਨੂੰ ਪਹਿਲੋਂ ਹੀ ਫੈਸਲਾ ਕੀਤਾ ਸੀ ਉਦੋਂ ਯੂਥ ਅਕਾਲੀ ਦਲ ਦਾ, ਤੇ ਮੈਂ ਕਿਹਾ ਚਲੋ ਠੀਕ ਹੈ ਜੀ, ਜਿਹੜੀ ਗੱਲ ਹੋ ਗਈ ਤੁਹਾਡੇ ਸਾਹਮਣੇ। ਉਹ ਸਾਡਾ ਸਾਥੀ ਜਿਹੜਾ ਚਲੇ ਗਿਆ ਸੀ ਇਹਨਾਂ ਦੇ ਆਖੇ ਲਾ ਕੇ, ਉਹ ਵੀ ਹੁਣ ਗੁਰਦੁਆਰਾ ਸਾਹਿਬ ਇਕੱਠੇ ਹੋਏ। ਅਸੀਂ ਫਿਰ ਪ੍ਰਧਾਨ ਜੀ ਨੇ ਵੀ ਆਖਿਆ ਜਿਹੜਾ ਵੇਲਾ ਲੰਘ ਗਿਆ, ਚਲੋ ਅਕਾਲੀ ਦਲ ਦਾ ਪੁਰਾਣਾ ਬੰਦਾ, ਅਸੀਂ ਫਿਰ ਉਹਨੂੰ ਟਿਕਟ ਦੇ ਦਿੱਤੀ। ਇਦੋਂ ਅਸੀਂ ਹੋਰ ਵੱਧ ਕੀ ਫਰਾਖ ਦੇ ਲਈ ਕਰ ਸਕਦੇ ਹਾਂ ਜੀ। ਇਹ ਸਾਰਾ ਕੁਝ ਹੀ ਹੋ ਗਿਆ। ਔਰ ਇਹ ਚਲਦਿਆਂ ਜੋ ਸ਼ਹਿਰ ਵਿੱਚ ਕਰਪਸ਼ਨ ਸੀ ਉਹਦੇ ਖਿਲਾਫ ਅਸੀਂ ਰੌਲਾ ਪਾਇਆ। ਜੋ ਕੁਝ ਵੀ ਇੱਥੇ ਡਿਵੈਲਪਮੈਂਟ ਦਾ ਜੋ ਅੱਜ ਚੱਲ ਰਹੀ ਹੈ, ਇਹਦਾ ਸਾਰਾ ਰਿਕਾਰਡ ਘਲਾ ਕੇ ਵੇਖ ਲਓ। ਸਾਰਾ ਸਾਡੇ ਵੇਲੇ ਦੀਆਂ ਪ੍ਰਪੋਜ਼ਲਾਂ ਤੇ ਸਾਡੇ ਵੇਲੇ ਦੇ ਪੈਸੇ ਆਏ ਨੇ ਜੀ, ਜਿਹੜਿਆਂ ਨੂੰ ਹੁਣ ਯੂਟੀਲਾਈਜ਼ ਕੀਤਾ ਜਾ ਰਿਹਾ, ਕੁਛ ਖੂਹ ਖਰਾਬੂ ਵੀ ਕੀਤਾ ਜਾ ਰਿਹਾ। ਇਹ ਸਾਰੀਆਂ ਹਸਰੀ ਦੀਆਂ ਪ੍ਰਪੋਜ਼ਲਾਂ ਸੀ, ਇਹ ਪੁਲਾਂ ਦੀਆਂ ਪ੍ਰਪੋਜ਼ਲਾਂ ਸੀ, ਇਹ ਬਾਹਰਲੇ ਬਾਈਪਾਸ ਦੀ ਪ੍ਰਪੋਜ਼ਲ ਸੀ। ਆ ਸੀਵਰੇਜ ਜਿਹੜਾ ਆ ਨਕਸ਼ੇ ਵੇਖ ਲਓ, ਮੇਰੇ ਦਫ਼ਤਰ 'ਚ ਲੱਗੇ ਆ। ਇਹ ਨਕਸ਼ੇ ਉਦੋਂ ਦੇ ਲੱਗੇ ਆ ਜਦੋਂ ਅਜੇ ਇਹਨਾਂ ਨੂੰ ਪਤਾ ਵੀ ਨਹੀਂ ਸੀ। ਇਹ ਪਿਛਲੀ ਸਰਕਾਰ ਵੇਲੇ ਦੇ ਨਕਸ਼ੇ ਬਣੇ ਆ ਜੀ, ਜਿਹੜੇ ਇਹਨਾਂ ਢਾਹ ਕੇ ਛੋਟੇ ਕੀਤੇ ਆ ਤੇ ਬੜਾ ਕੁਛ ਇਹਨਾਂ ਉਹਦੇ 'ਚ ਹੇਰ ਫੇਰ ਕੀਤਾ। ਪਰ ਲੋਚਨ ਨੰਗਲ ਸਾਹਿਬ, ਹੁਣ ਜੋ ਸਮਾਂ ਹੈ, ਮੈਂ ਮੰਨਦਾ ਕਿ ਤੁਹਾਡੀਆਂ ਪ੍ਰਾਪਤੀਆਂ ਬਹੁਤ ਹੈ। ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਸੰਨ 2012 ਤੋਂ ਲੈ ਕੇ ਜਦ ਸੰਨ 2017 ਆਉਂਦੀ ਹੈ ਤਾਂ ਤੁਹਾਨੂੰ ਹਲਕਾ ਇੰਚਾਰਜ ਦੇ ਤੌਰ 'ਤੇ ਤੁਸੀਂ ਸੇਵਾ ਵੀ ਨਿਭਾਉਂਦੇ ਹੋ। ਹੋਰ ਵੀ ਕਈ ਸੇਵਾਵਾਂ ਜਿਹੜੀਆਂ ਤੁਸੀਂ ਬਹੁਤ ਖੂਬਸੂਰਤੀ ਦੇ ਨਾਲ ਨਿਭਾਈਆਂ, ਤਨਦੇਹੀ ਨਾਲ ਨਿਭਾਈਆਂ। ਤੁਸੀਂ ਬਾਕਮਾਲ ਬਟਾਲਾ ਦੀ ਸੇਵਾ ਕੀਤੀ। ਉਹਦਾ ਨਤੀਜਾ ਹੀ ਸੀ ਕਿ 2017 ਦੇ ਵਿੱਚ ਜਿੱਥੇ ਹਰ ਪਾਸੇ ਸੁਨਾਮੀ ਚੱਲ ਰਹੀ ਸੀ ਵਿਰੋਧੀ ਪਾਰਟੀਆਂ ਦੀ, ਤਾਂ ਉਸ ਸੁਨਾਮੀ ਦੇ ਵਿੱਚੋਂ ਅਸੀਂ ਕਹੀਏ ਤਾਂ ਸ਼ੇਰ ਦੇ ਮੂੰਹ 'ਚੋਂ ਸ਼ਿਕਾਰ ਕੱਢ ਕੇ ਲਿਆਉਣ ਵਾਲਾ ਕੰਮ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਨੇ ਕੀਤਾ ਸੀਗਾ। ਤੁਸੀਂ ਤਾਂ
ਡੋਲੇ ਪਈ ਕੱਢ ਲਿਆਏ ਸੀ, ਯਾਨੀ ਕਿ ਇੱਕ ਬੰਨੇ ਜਸ਼ਨ ਚੱਲ ਰਹੇ ਸੀ, ਤਿਆਰੀ ਹੋ ਗਈ ਸੀ, ਅਸੀਂ ਜਿੱਤ ਗਏ ਜਿੱਤ ਗਏ ਜਿੱਤ ਗਏ, ਹਾਰ ਆ ਗਏ ਸੀ, ਬਾਜੇ ਆ ਗਏ ਸੀ, ਔਰ ਅਚਾਨਕ ਫਿਰ ਬਾਅਦ ਦੇ ਵਿੱਚ ਉਹੀ ਗੱਲ ਹੋ ਗਈ ਕਿ ਡੋਲੇ ਪਈ ਕੱਢ ਲਏ ਔਰ ਉੱਦਾਂ ਦਾ ਉੱਦਾਂ ਇੱਕ ਮਾਹੌਲ ਰਹਿ ਗਿਆ ਔਰ ਇੱਧਰ ਵਾਜੇ ਵੱਜਣੇ ਸ਼ੁਰੂ ਹੋ ਗਏ। ਪਰ ਜਿਹੜੇ ਬਟਾਲਾ ਵਾਲੇ, ਹਲਕਾ ਬਟਾਲਾ ਦੇ ਜਿੰਨੇ ਵੀ ਤੁਹਾਡੇ ਸਮਰਥਕ ਨੇ, ਹੁਣ ਉਹਨਾਂ ਦੇ ਮਨ 'ਤੇ ਕੀ ਬੀਤੇਗੀ ਕਿ ਜਿਸ ਲੀਡਰ ਦੇ ਲਈ ਅਸੀਂ ਰਾਤ ਦਿਨ ਇੱਕ ਕਰਕੇ 70 ਸਾਲ ਦਾ ਰਿਕਾਰਡ ਤੋੜਿਆ ਔਰ ਉਹ ਲੀਡਰ ਸਾਨੂੰ ਅਣਦੇਖਿਆ ਕਰਕੇ ਹਲਕਾ ਫਤਿਹਗੜ੍ਹ ਚੂੜੀਆਂ ਨੂੰ ਜਾ ਰਿਹਾ ਹੈ। ਇਹਦੇ ਪਿੱਛੇ ਵਜ੍ਹਾ ਕੀ ਹੈ ਕਿ 2022 ਦੇ ਸੰਕੇਤ ਤੁਹਾਨੂੰ ਕੁਝ ਹੋਰ ਦਿਖਾਈ ਦੇ ਰਹੇ ਨੇ ਜਾਂ ਇੱਥੇ ਦੀ ਜਿਹੜੀ ਵਰਕਰ ਨੇ ਉਹਨਾਂ ਦੇ ਵਿੱਚ ਕੁਝ ਉਹਨਾਂ ਦਾ ਨਜ਼ਰੀਆ ਹੋਰ ਹੋ ਗਿਆ? ਨਹੀਂ, ਕੋਈ ਐਸੀ ਗੱਲ ਨਹੀਂ। ਵੇਖੋ, ਪਹਿਲੀ ਤਾਂ ਗੱਲ ਆ ਵੀ ਇਹ ਸਾਰੀ ਅਕਾਲ ਪੁਰਖ ਦੀ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਆ। ਉਹਨਾਂ ਨੇ ਮੇਰੀ ਸੱਚੀ ਸੇਵਾ ਨੂੰ ਪ੍ਰਵਾਨ ਕੀਤਾ ਔਰ ਉਸ ਹਾਲਾਤ ਵਿੱਚ ਜਿੱਥੇ ਤੁਹਾਨੂੰ ਪਤਾ ਇੱਥੇ 3 ਹਿੱਸੇ ਸ਼ਹਿਰ ਦੀਆਂ ਵੋਟਾਂ ਨੇ ਤੇ ਚੌਥਾ ਹਿੱਸਾ ਪਿੰਡਾਂ ਦੀਆਂ ਨੇ। ਜੀ ਜੀ। ਤਿੰਨਾਂ ਹਿੱਸਿਆਂ ਦੇ ਵਿੱਚ ਮੈਂ 9,500 ਵੋਟ ਦੇ ਉੱਤੇ ਪਿੱਛੇ ਸੀ ਜਦੋਂ ਤੁਸੀਂ ਕਹਿੰਦੇ ਜਿਹਨਾਂ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਪਰ ਮੈਨੂੰ ਕੌਨਫੀਡੈਂਸ ਸੀ ਮੰਦਰ ਆਪਣੇ ਜਿਹੜਾ ਸਾਡੇ ਸੇਖੀ ਸਾਹਿਬ MLA ਸਨ, ਉਹਨਾਂ ਨੂੰ ਮੈਂ ਕਿਹਾ ਵੀ ਨਹੀਂ, ਤੁਸੀਂ ਨਹੀਂ ਹੁਣ ਜਿੱਤ ਸਕਦੇ, ਕਿਉਂਕਿ ਜੇ 10,000 ਤੋਂ ਵੱਧ ਤੁਹਾਡੀ ਲੀਡ ਸ਼ਹਿਰ 'ਚ ਹੁੰਦੀ ਤਾਂ ਫਿਰ ਮੈਨੂੰ ਖਤਰਾ ਸੀ, ਹੁਣ ਮੈਨੂੰ ਖਤਰਾ ਕੋਈ ਨਹੀਂ। ਐਗਜ਼ੈਕਟਲੀ ਮੇਰੀ ਕੈਲਕੂਲੇਸ਼ਨ ਠੀਕ ਸੀ। ਮੈਂ ਜਿਹੜੀ ਲੋਕਾਂ ਦੀ ਸੇਵਾ ਕੀਤੀ ਹੋ ਤੇ ਮੈਨੂੰ ਭਰੋਸਾ ਸੀ। ਔਰ ਨਾਲ ਇਹ ਵੀ ਗੱਲ ਮੈਂ ਕਹਿਣੀ ਚਾਹੁੰਦਾ, ਪੰਜਾਬ 'ਚ ਇਤਿਹਾਸ ਹੋਵੇਗਾ ਕਿ ਮੇਰੇ ਉਹਨਾਂ 81 ਪੰਚਾਇਤਾਂ ਦੇ ਵਿੱਚ ਕਿਸੇ ਨੇ ਮੇਰੇ ਕੋਲ ਪਾਣੀ ਦਾ ਗਲਾਸ ਨਹੀਂ ਪੀਤਾ। ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਲੋਕਾਂ ਨੇ ਇਹ ਕਿਹਾ ਕਿ ਜਦੋਂ ਤੁਸੀਂ ਸਾਡੇ ਕੋਲ ਪਾਣੀ ਦਾ ਗਲਾਸ ਨਹੀਂ ਪੀਤਾ ਤੇ ਅਸੀਂ ਤੁਹਾਡੇ ਕੋਲ ਪਾਣੀ ਦਾ ਗਲਾਸ ਨਹੀਂ ਪੀਣਾ, ਤੇ 9,500 ਨੂੰ ਉਹਨਾਂ ਨੇ ਡਾਊਨ ਕਰਕੇ 485 ਵੋਟਾਂ ਤੇ ਮੈਨੂੰ ਜਿਤਾਇਆ। ਸਵਾਲ ਪਰ ਹੁਣ ਇਹ ਹੈ ਨਾ ਲੋਧੀ ਨੰਗਲ ਸਾਹਿਬ ਕਿ ਆਖਿਰ ਜਿਨ੍ਹਾਂ ਨੇ ਤੁਹਾਡੇ ਨਾਲ, ਜਿੱਥੇ ਤੁਹਾਡਾ ਪਸੀਨਾ ਡੋਲਿਆ, ਖੂਨ ਡੋਲਣ ਨੂੰ ਤਿਆਰ ਸੀ ਇਹ ਸਾਰੇ ਤੁਹਾਡੇ ਸਮਰਥਕ, ਤਾਂ ਆਖਿਰ ਲਖਬੀਰ ਸਿੰਘ ਲੋਧੀ ਨੰਗਲ ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਇਹਨਾਂ ਨੇ ਉਹਨਾਂ ਦੀਆਂ ਭਾਵਨਾਵਾਂ ਦਾ, ਉਹਨਾਂ ਦੇ ਜਜ਼ਬਾਤਾਂ ਦਾ, ਸਮਰਥਕਾਂ ਦੇ ਵਿਸ਼ਵਾਸ ਦਾ ਕਤਲ ਕੀਤਾ। ਇਹ 'ਚ ਕੀ ਸੱਚ? ਦਰਅਸਲ ਇਸ ਤਰ੍ਹਾਂ ਆ ਵੀ ਵੇਖੋ, ਵਿਰੋਧੀ ਨੇ ਤਾਂ ਹਮੇਸ਼ਾ ਵਿਰੁੱਧ ਗੱਲ ਕਰਨੀ ਹੁੰਦੀ ਹੈ। ਇਹ ਗੱਲ ਅੱਜ ਤੋਂ 2.5 ਸਾਲ ਪਹਿਲਾਂ ਵੀ ਅਸੀਂ ਕੀਤੀ ਸੀ। ਕਿਉਂ ਕੀਤੀ ਸੀ? ਵੀ ਜਦੋਂ ਫਤਿਹਗੜ੍ਹ ਸਾਡਾ ਪੁਰਾਣਾ ਆਪਣਾ ਹਲਕਾ ਜਿਹਦੇ ਵਿੱਚ ਅਸੀਂ ਘੱਟ ਤੋਂ ਘੱਟ 30 ਸਾਲ ਕੰਮ ਕੀਤਾ, ਸਮਝ ਗਏ ਨਹੀਂ? ਜਦੋਂ ਉੱਥੋਂ ਮੈਨੂੰ ਧੱਕ ਕੇ ਇੱਥੇ ਕੱਢ ਦਿੱਤਾ, ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਤਾਂ ਹੋਇਆ ਨਹੀਂ ਜੀ। ਉਹ ਲੋਕ ਬਦਸਤੂਰ ਮੇਰੇ ਨਾਲ ਉਸੇ ਤਰ੍ਹਾਂ ਹੀ ਜੁੜੇ ਨੇ, ਭਾਵੇਂ ਮੈਂ ਬਟਾਲੇ ਆ, ਉਹ ਰੈਗੂਲਰ ਮੇਰੇ ਨਾਲ ਜੁੜੇ ਨੇ ਔਰ ਮੈਂ ਉਹਨਾਂ ਨੂੰ ਕਦੀ ਪਰੇਸ਼ਾਨੀ ਨਹੀਂ ਆਉਣ ਦਿੰਦਾ। ਭਾਵੇਂ ਕਿ ਸਾਡੇ ਵਿਧਨ ਪਾਰਟੀ ਸਾਡੇ ਬੰਦਿਆਂ ਨੂੰ ਬਹੁਤ ਤੰਗ ਕੀਤਾ ਜਾਂਦਾ, ਬਟ ਉਹ ਦ੍ਰਿੜ ਇਰਾਦੇ ਵਾਲੇ ਨੇ ਔਰ ਦ੍ਰਿੜ ਇਰਾਦੇ ਕਰਕੇ ਉਹ ਸਾਡੇ ਨਾਲ ਨੇ। ਇਹ ਤੇ ਜਿੱਥੋਂ ਤੱਕ ਇਹਨਾਂ ਸਾਡੀਆਂ 81 ਪੰਚਾਇਤਾਂ ਦਾ ਤਲਕਿਆ, ਮੈਂ ਤੇ ਬਟਾਲਾ ਤੇ ਫਤਿਹਗੜ੍ਹ 'ਚ ਤੇ ਫਰਕ ਹੀ ਕੋਈ ਨਹੀਂ। ਸਾਡੀ ਤਹਿਸੀਲ ਸਾਂਝੀ, ਸਾਡਾ SSP ਇੱਕ, ਸਾਡਾ ਸਾਰਾ ਕੁਝ ਇਕੱਠਾ। ਇਹਦੇ ਵਿੱਚ ਤੇ ਕੋਈ ਦਫਰਕਾਤ ਵਾਲੀ ਗੱਲ ਹੈ ਨਹੀਂ। ਇਹ ਜਿਹੜੇ ਅਸਲੀ ਵਰਕਰ ਨੇ ਨਾ ਸਾਰੇ ਜੀ, ਇਹ ਗੱਲ ਕੁਛ ਚੰਦ ਬੰਦੇ ਨੇ ਜਿਨ੍ਹਾਂ ਦਾ ਪਹਿਲੋਂ ਵੀ ਕਦੀ ਸਾਡੇ ਨਾਲ ਠੀਕ ਸੁਰ ਸਲਾਹ ਨਹੀਂ ਰਹੀ, ਜਿਨ੍ਹਾਂ ਦੇ ਪਿੰਡ 'ਚੋਂ ਅੱਗੇ ਵੀ ਕਦੀ ਅਕਾਲੀ ਦਲ ਨਹੀਂ ਜਿੱਤਿਆ, ਜਿਨ੍ਹਾਂ ਨੇ ਅੱਗੇ ਵੀ ਕਦੀ ਅਕਾਲੀ ਦਲ ਦੀ ਮਦਦ ਨਹੀਂ ਕੀਤੀ। ਮੈਂ ਕਹਿਣਾ ਨਹੀਂ ਚਾਹੁੰਦਾ, ਬਟ ਫਿਰ ਵੀ ਬੰਦਾ ਰਹਿ ਨਹੀਂ ਸਕਦਾ। ਰਿਕਾਰਡ ਪਿਆ ਆ ਸਾਡੇ ਕੋਲ ਵੀ ਵੇਖ ਲਓ ਕੀ ਸੇਵਾ ਆ ਅਕਾਲੀ ਦਲ ਦੇ ਪ੍ਰਤੀ। ਅਕਾਲੀ ਦਲ ਦੇ ਉੱਤੇ ਮੌਜਾਂ ਜ਼ਰੂਰ ਲਈਆਂ ਨੇ, ਚਲੋ ਸਾਨੂੰ ਕੋਈ ਇਤਰਾਜ਼ ਨਹੀਂ, ਲੈਣ ਮੌਜਾਂ, ਸਾਨੂੰ ਹੁਣ ਵੀ ਕੋਈ ਇਤਰਾਜ਼ ਨਹੀਂ। ਕਿਸੇ ਨੂੰ ਟਿਕਟ ਪਾਰਟੀ ਦਊਗੀ ਤੇ ਵੀ ਆਰ ਹੈਪੀ, ਅਸੀਂ ਤੇ ਪਾਰਟੀ ਦੀ ਮਦਦ ਕਰਨੀ ਸਾਡੇ ਵੱਲੋਂ। ਜਿਹੜਾ ਇੱਕ ਮਿੰਟ, ਜਿਹੜਾ ਮਰਜ਼ੀ ਬੰਦਾ ਟਿਕਟ ਲੈ ਆਵੇ, ਬਟ ਇੱਥੇ ਟਿਕਟਾਂ ਲੈਣ ਵਾਲੇ 10-12 ਬੰਦੇ ਨੇ। ਉਹ 10-12 ਬੰਦੇ ਜਿਹੜੇ ਨੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਨਾਂ ਗਿਣ ਕੇ ਦੱਸਦਾ ਆ। ਸਾਡੇ ਬਲਬੀਰ ਸਿੰਘ ਬਿੱਟੂ ਨੇ, ਇਹਨਾਂ ਦੇ ਫਾਦਰ ਨੇ ਵੀ 1985 ਜਿੱਥੇ ਅਕਾਲੀ ਦਲ ਵੱਲੋਂ ਚੋਣ ਲੜੀ ਸੀ, ਹੁਣ ਵੀ ਸ਼ਹਿਰੀ ਪ੍ਰਧਾਨ ਦੂਸਰੀ ਵਾਰ ਬਣੇ ਨੇ। ਇਸ ਤੋਂ ਇਲਾਵਾ ਇੱਥੇ ਇੰਦਰ ਸੇਖੜੀ ਵੀ ਆ। ਇਸ ਤੋਂ ਇਲਾਵਾ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਰਮਨ ਹੋਣੀ ਜਿਹੜੇ ਨੇ ਉਹ ਵੀ ਇੰਟਰਸਟਡ ਨੇ। ਇਸ ਤੋਂ ਇਲਾਵਾ ਹਨੀ ਚੌਹਾਨ ਜਿਹੜਾ ਆ ਉਹ ਵੀ ਚਾਹੁੰਦਾ ਵੀ ਮੈਨੂੰ ਹਿੰਦੂ ਚਿਹਰੇ ਦੇ ਤੌਰ ਤੇ ਟਿਕਟ ਦੇ ਦਿੱਤੀ ਜਾਵੇ। ਇਸ ਤੋਂ ਇਲਾਵਾ ਉਰੀ ਸਾਹਿਬ ਸਾਡੇ ਉਹ ਵੀ ਚਾਹੁੰਦੇ ਨੇ ਮੈਂ ਪੁਰਾਣਾ ਪ੍ਰਧਾਨ ਹਾਂ, ਮੈਨੂੰ ਵੀ ਟਿਕਟ ਦੇ ਦਿੱਤੀ ਜਾਵੇ। ਹੋਰ ਕਈ ਮਤਲਬ ਕਈ ਇਹਦੇ ਖੱਬੇ ਸੱਜੇ ਹੋਰ ਝਾਕੀਆਂ ਮਾਰਦੇ ਨੇ ਵੀ ਜੇ ਲੋਧੀ ਨੰਗਲ ਉੱਥੇ ਗਿਆ ਤਾਂ ਸ਼ਾਇਦ ਸਾਡਾ ਦਾ ਇੱਥੇ ਲੱਗ ਜਾਏ। ਬਟ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਇਹ ਮੇਰੇ ਸਾਥੀ ਜਿਹੜੇ ਨੇ ਇਹ ਮੇਰੇ ਪਰਿਵਾਰ ਵਾਂਗੂ ਨੇ ਜੀ। ਮੇਰੀ ਕੋਸ਼ਿਸ਼ ਇਹ ਆ ਕਿ ਮੇਰਾ ਹਲਕਾ ਅਸਲ ਵਿੱਚ ਫਤਿਹਗੜ੍ਹ ਚੂੜੀਆਂ ਹੈ, ਠੀਕ ਹੈ। ਇੱਥੇ ਮੈਂ ਆਊਟਸਾਈਡਰ ਵੱਜਦਾ ਹਾਂ ਜੀ। ਜਦੋਂ ਮੈਂ ਇੱਥੇ ਇਲੈਕਸ਼ਨ ਲੜਦਾ, ਮੇਰੇ ਵਿਰੋਧੀ ਵੀ ਉਦੋਂ ਇਹ ਗੱਲ ਕਹਿੰਦੇ ਨੇ ਵੀ ਉਧਰੋਂ ਪਿੰਡ 'ਚੋਂ ਆ ਕੇ ਤੇ ਇੱਥੇ ਬਟਾਲੇ ਆਣ ਕੇ ਕਬਜ਼ਾ ਕਰਕੇ ਬਹਿ ਗਿਆ। ਅੱਛਾ ਜੀ। ਅੱਛਾ, ਹੁਣ ਉਹ ਤੇ ਗੱਲ ਕਹਿੰਦੇ ਨੇ। ਇਹ ਜਿਹੜੇ ਮੇਰੇ ਸਾਥੀ ਨੇ ਇਹ ਤੇ ਮੈਂ ਜਿੱਥੇ ਜੀਵਾਂਗਾ ਮਰਾਂਗਾ ਮੇਰੇ ਨਾਲ ਜੀਣ ਮਰਨਗੇ। ਇਹਨਾਂ ਦਾ ਮੇਰੇ ਨਾਲੋਂ ਨਾ ਦੂਰੀ ਪੈਣੀ ਆ, ਨਾ ਇਹਨਾਂ ਦੀ ਅੱਗੇ ਫਤਿਹਗੜ੍ਹ ਦੇ ਵਿੱਚ ਜਿਹੜੇ ਲੋਕਾਂ ਦੀ ਦੂਰੀ ਪਈ ਆ, ਉਹਨਾਂ ਦੀ ਅਟੈਚਮੈਂਟ ਦੇ ਕਰਕੇ ਹੀ, ਉਹਨਾਂ ਦੇ ਪ੍ਰੈਸ਼ਰ ਕਰਕੇ ਹੀ ਜੋ ਉਹਨਾਂ ਨੇ ਇਸ ਵੇਲੇ ਵੈਕੂਮ ਪੈਦਾ ਕੀਤਾ ਕਿ ਸਾਡਾ ਇਹ ਹਲਕਾ ਲੋਧੀ ਨੰਗਲ ਤੋਂ ਬਗੈਰ ਨਹੀਂ ਜਿੱਤਿਆ ਜਾ ਸਕਦਾ।
ਮੈਂ ਤੇ ਪ੍ਰਪੋਜ਼ਲ ਇਹ ਵੀ ਦੇ ਦਿੱਤੀ ਆ ਵੀ ਜਿਹੜੇ ਬੰਦੇ 5-5 ਵਾਰਾਂ ਹਰੇ ਨੇ ਉਹ ਤੇ 2-2 ਸੀਟਾਂ ਮੰਗੀ ਜਾਂਦੇ ਨੇ। ਠੀਕ ਹੈ। ਤੇ ਜਿਹੜਾ ਇਹਨਾਂ ਹਾਲਾਤਾਂ 'ਚ ਬੰਦੇ ਨੇ ਅਕਾਲੀ ਦਲ ਦੀ ਸੀਟ ਗੁਰੂ ਦੀ ਕਿਰਪਾ ਤੇ ਇੰਨੇ ਵਧੀ ਸਿੰਸੀਅਰ ਸਾਥੀਆਂ ਦੀ ਕੋਸ਼ਿਸ਼ ਦੇ ਨਾਲ ਜਿੱਤੀ ਆ, ਤੇ ਹੱਕ ਤੇ ਸਾਡਾ ਬਣਦਾ ਕਿ ਸਾਨੂੰ 2 ਦਿਨ ਅਸੀਂ ਦੋਵੇਂ ਕੱਢ ਕੇ ਦੇ ਦਿਆਂਗੇ। ਕਿਆ ਬਾਤ ਹੈ। ਪਰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਇਸ ਗੱਲ ਤੋਂ ਬਗੈਰ ਬਚਦੇ ਨਹੀਂ ਜੀ। ਅਸੀਂ ਨਾਲ ਇਹ ਵੀ ਕਿਹਾ ਆ ਜੀ ਕਿ ਸਾਡੇ ਸਾਰਿਆਂ ਤੋਂ ਹੀ ਜਿੰਨੇ ਅਸੀਂ ਜ਼ਿਲ੍ਹੇ ਦੇ ਵਿੱਚ ਹੈਗੇ ਆ, ਇਹ ਪੁਰਾਣੇ ਕੈਂਡੀਡੇਟ ਤੁਰੇ ਹੋਣੇ ਆ, ਕੋਈ ਜਿੱਤੇ ਆ ਕੋਈ ਹਾਰੇ ਆ, ਅਸੀਂ ਇਹ ਵੀ ਪਾਰਟੀ ਨੂੰ ਕਿਹਾ ਵੀ ਜੇਕਰ ਸਾਡੇ ਹਲਕਿਆਂ 'ਚ ਕੋਈ ਸਾਡੇ ਨੂੰ ਵਧੀਆ ਵੀ ਕੈਂਡੀਡੇਟ ਮਿਲਦੇ ਨੇ ਜੀ ਜੀ ਤੇ ਸਾਨੂੰ ਵੀ ਪਿੱਛਾ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਉਹਨਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਨੇ। ਥੋੜਾ ਬਹੁਤਾ ਸੈਕਰੀਫਾਈਸ ਕਰਨ ਦੀ ਭਾਵਨਾ ਵੀ ਰਹਿਣੀ ਚਾਹੀਦੀ। ਅਸੀਂ ਵਿਧਾਨ ਸਭਾ 'ਚ ਜਾ ਕੇ ਵੇਖ ਲਿਆ, 1 ਵਾਰ ਚੱਲ ਜਾਓ, 2 ਵਾਰ ਚੱਲ ਜਾਓ, 3 ਵਾਰ ਚੱਲ ਜਾਓ, ਗੱਲ ਤੇ ਉਹੀ ਆ ਜੀ। ਬਟ ਮਨਸ਼ਾ ਜਿਹੜੀ ਆ ਬਹੁਤਿਆਂ ਦੀ ਲੁੱਟਮਾਰ ਕਰਨ ਦੀ, ਜੇ ਇਸ ਨਜ਼ਰੀਏ ਨਾਲ ਲੋਕ ਪੋਲੀਟਿਕਸ ਨੂੰ ਵਰਤਦੇ ਆ। ਜੀ ਜੀ ਜੀ। ਔਰ ਜੋ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਸਾਡੇ ਘਾਗ ਲੀਡਰਾਂ ਨੇ ਇਹ ਤੁਹਾਡੇ ਸਾਹਮਣੇ ਬਖਸ਼ਿਸ਼ ਜਿਹੜੀ ਰੱਬ ਦੀ ਹੋਈ ਸੀ ਉਹਦੀ ਸੇਵਾ ਦੇ ਵਿੱਚੋਂ ਪ੍ਰਾਪਤੀਆਂ ਕੀ ਕੀਤੀਆਂ ਨੇ ਉਹ ਤੁਹਾਡੇ ਸਾਹਮਣੇ ਆ। ਮੇਰੇ ਆਖਣ ਦੀ ਕੋਈ ਲੋੜ ਨਹੀਂ। ਔਰ ਸ਼ੇਖਵਾ ਸਾਹਿਬ ਦੇ ਉੱਤੇ ਕਿੱਡਾ ਵੱਡਾ ਬਾਦਲ ਸਾਹਿਬ ਦਾ ਕਰਮ ਸੀ, ਉਹਦੇ ਹਰਿਆਣਾ ਨੂੰ ਵੀ ਕੈਬਨਿਟ ਮੰਤਰੀ ਬਣਾ ਦਿੰਦੇ ਰਹੇ, ਉਹਦੇ ਘਰ ਵੀ ਆ ਜੇ ਸੀਐਮ ਹੁੰਦਿਆਂ ਹੋਇਆ 15-16 ਦਿਨ ਰਹਿ ਕੇ ਗਏ, ਉਹਨਾਂ ਨੇ ਗਾਲਾਂ ਕੱਢਣ ਦੀ ਕੋਈ ਕਸਰ ਨਹੀਂ ਛੱਡੀ। ਹੁਣ ਬੰਦੇ ਨੂੰ ਕੀ ਕਹਿ ਸਕਦੇ ਆ ਤੁਸੀਂ। ਬਟ ਮੈਂ ਇੱਕ ਗੱਲ ਕਹਿਣੀ ਚਾਹਣਾ ਜੀ, ਮੈਂ ਪਾਰਟੀ ਦੇ ਨਾਲ ਪੂਰਾ ਵਫਾਦਾਰ ਆ ਜੀ। ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਵੱਡੇ ਬਾਦਲ, ਸਰਦਾਰ ਮਜੀਠਾ ਜੀ, ਹੁਣ ਜਿੱਥੇ ਮੇਰੀ ਧੌਣ ਮੰਗਣਗੇ ਮੈਂ ਧੌਣ ਦੇਣ ਨੂੰ ਤਿਆਰ ਆ। ਪਾਰਟੀ ਦੀਆਂ ਸੀਟਾਂ ਤੇ ਬਹੁਤ ਛੋਟੀ ਗੱਲ ਆ। ਇਹ ਸਾਰਾ ਕੁਝ ਰਿਵਾਜਨ ਸਾਨੂੰ ਜਿਹੜਾ ਹੈਗਾ, ਮੈਂ ਆਪਣੇ ਹਲਕੇ ਵਿੱਚ ਜਿੱਥੋਂ ਮੈਂ ਲੜਦਾ ਰਿਹਾ ਆ, ਮੈਂ ਉਹ ਆਪਣਾ ਪੱਖ ਪੇਸ਼ ਕੀਤਾ ਵੀ ਲੋਕਾਂ ਦੀ ਰਾਏ ਲੈ ਲਈ ਜਾਵੇ ਔਰ ਉਹਨਾਂ ਨੇ ਕੋਈ ਮੇਰੇ ਆਖੇ ਨਹੀਂ ਫੈਸਲਾ ਕਰਨਾ, ਕੋਈ ਕਿਸੇ ਦਾ ਆਖੇ ਫੈਸਲਾ ਨਹੀਂ ਕਰਨਾ। ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਆਪਣੀਆਂ ਏਜੰਸੀਆਂ ਨੇ, ਉਹਨਾਂ ਨੇ 2-2 4-4 ਵਾਰਾਂ ਵੈਰੀਫਿਕੇਸ਼ਨ ਕੀ ਪਤਾ ਸਾਲ 2 ਸਾਲਾਂ ਦੀ ਕਰਾਉਣ ਹੀ ਡਏ ਹੁਣ। ਉਹਨਾਂ ਨੇ ਸਰਕਾਰ ਬਣਾਉਣੀ ਆ ਜੀ। ਉਹਨਾਂ ਕੋਈ ਲੋਦੀ ਨੰਗਲ ਵੱਲ ਨਹੀਂ ਵੇਖਣਾ, ਉਹਨਾਂ ਨੇ ਕਿਸੇ ਹੋਰ ਵੱਲ ਨਹੀਂ ਵੇਖਣਾ। ਉਹਨਾਂ ਨੇ ਵੇਖਣਾ ਵੀ ਕਿੱਥੋਂ ਕਿਹੜਾ ਵਿਅਕਤੀ ਸੀਟ ਕੱਢਦਾ ਤੇ ਸੀਟ ਕੱਢਣ ਦੇ ਨਜ਼ਰੀਏ ਨਾਲ ਉਹਨਾਂ ਨੇ ਹਲਕਿਆਂ ਦੇ ਵਿੱਚ ਅਜੇ ਤੱਕ ਗੁਰਦਾਸਪੁਰ ਦੇ ਵਿੱਚ ਇੱਕ ਵੀ ਸੀਟ ਜਿਹੜੀ ਆ ਉਹਨਾਂ ਨੇ ਫਾਈਨਲਾਈਜ਼ ਨਹੀਂ ਕੀਤੀ। ਪਰ ਮੈਂ ਹੁਣ ਕੁਝ ਜਿਹੜੇ ਵਿਰੋਧੀਆਂ ਦੇ ਸਵਾਲ ਤੇ ਜਾਂ ਕਮਾਂ ਤੇ ਚਰਚਾਵਾਂ ਨੇ ਜਿਹੜੀ ਜਨਤਾ 'ਚ, ਉਹ ਤੁਹਾਡੇ ਰੂਬਰੂ ਰੱਖਣੀਆਂ ਚਾਹਨਾ। ਕਹਿੰਦੇ ਨੇ ਕਿ ਫੈਸਲੇ ਹਮੇਸ਼ਾ ਹਾਲਾਤਾਂ ਦੇ ਮੁਤਾਬਕ ਲਏ ਜਾਂਦੇ, ਜੈਸੇ ਹਾਲਾਤ ਹੋਣ ਉਸ ਤਰੀਕੇ ਦੇ ਨਾਲ ਬੰਦਾ ਫੈਸਲੇ ਲੈ ਸਕਦਾ ਹੈ। ਪਰ ਐਸੇ ਕਿਹੜੇ ਹਾਲਾਤ ਖੜੇ ਹੋ ਗਏ ਤੁਹਾਡੇ ਸਾਹਮਣੇ ਕਿ ਤੁਸੀਂ ਬਟਾਲਾ ਹਲਕੇ ਤੋਂ, ਵਿਰੋਧੀ ਕਹਿ ਰਹੇ ਕਿ ਤੌਬਾ ਕਰ ਗਏ, ਇਹ ਤੌਬਾ ਕਿਉਂ ਹੋ ਗਈ ਬਟਾਲਾ ਤੋਂ? ਨਹੀਂ, ਇਹ ਤਾਂ ਮੈਂ ਵਿਰੋਧੀਆਂ ਦੀਆਂ ਗੱਲਾਂ ਨੇ। ਵੇਖੋ, ਮੈਂ ਹੁਣ ਪਿਛਲੇ ਜਿਹੜਾ ਹੁਣ ਫਤਿਹਗੜ੍ਹ ਚੂੜੀਆਂ ਇੱਥੋਂ ਵੀ ਮੈਂ ਜਿੱਤਿਆ, ਮੈਂ ਇੱਥੋਂ ਤੇ ਜਿੱਤਿਆ, ਫਿਰ ਛੱਡ ਕੇ ਇੱਥੇ ਆਇਆ ਹੀ ਆ। ਪਾਰਟੀ ਨੇ ਹੁਕਮ ਕੀਤਾ, ਮੈਂ ਇੱਥੇ ਆ ਗਿਆ ਜੀ। ਇਹ ਤੇ ਹੁਣ ਵੇਖੋ ਕੋਈ ਸਾਡੀ ਪ੍ਰਾਪਰਟੀ ਤਾਂ ਹੈ ਨਹੀਂ। ਸੀਟਾਂ ਜਿਹੜੀਆਂ ਨੇ ਉਹਦੀ ਪਾਰਟੀ ਦੀ ਉਹ ਪਾਲਿਸੀ ਆ ਔਰ ਪਾਰਟੀ ਦੀ ਉਹ ਪ੍ਰਾਪਰਟੀ ਆ, ਉਹਨੇ ਕਿਹਨੂੰ ਦੇਣੀ ਆ ਔਰ ਇਸ ਨਜ਼ਰੀਏ ਨਾਲ ਦੇਣੀ ਆ ਵੀ ਕਿਹੜਾ ਬੰਦਾ ਇੱਥੋਂ ਸੀਟ ਜਿੱਤ ਸਕਦਾ। ਤੁਹਾਡਾ ਜਿਹੜਾ ਨਜ਼ਰੀਆ, ਤੁਹਾਡੀ ਜਿੱਤ ਤੇ, ਤੁਹਾਡੇ ਕੰਮਾਂ ਤੇ, ਤੁਹਾਡੀ ਕਾਰਗੁਜ਼ਾਰੀ ਤੇ ਕਿਸੇ ਨੂੰ ਕੋਈ ਸ਼ੰਕਾ ਨਹੀਂ, ਨਾ ਹੀ ਉਹਦੇ ਤੋਂ ਕੋਈ ਸਵਾਲ ਕਰ ਰਿਹਾ। ਉਹਨਾਂ ਦਾ ਸਵਾਲ ਜਿਹੜੀ ਜਨਤਾ ਹੈ ਜਾਂ ਵਿਰੋਧੀ ਨੇ, ਉਹਨਾਂ ਨੂੰ ਗੱਲ ਕਰਨ ਦਾ ਮੌਕਾ ਸਿਰਫ ਇਹ ਹੈ ਕਿ ਇੱਕ ਜਿੱਤਿਆ ਹੋਇਆ ਚਿਹਰਾ ਜਿਹਨੇ ਤੂਫਾਨ 'ਚੋਂ ਕਿਸ਼ਤੀ ਕੱਢ ਕੇ ਲਿਆਂਦੀ ਸੀ, ਵੀ ਬਿਲਕੁਲ ਸੇਫ, ਐਸਾ ਚਿਹਰਾ ਜਿੱਤ ਨੂੰ ਅੱਗੇ ਤੋਰ ਸਕਦਾ ਸੀ, ਇਹ ਰਿਕਾਰਡ ਫਿਰ ਬਣ ਸਕਦਾ ਸੀ। ਤਾਂ ਇਹ ਬਟਾਲਾ ਜਿਹੜਾ ਹੈ, ਇਹਦੇ ਤੂੰ ਜਾਣਾ ਔਰ ਹਲਕਾ ਫਤਿਹਗੜ੍ਹ ਚੂੜੀਆਂ ਵਾਸਤੇ ਜਿਹੜਾ ਇਸ਼ਾਰਾ ਕਰਨਾ, ਇਹ ਤੇ ਮਾਇਨੇ ਕੀ ਸਮਝਣ। ਉਹਨਾਂ ਦਾ ਲੱਗਦਾ ਕਿ ਬਟਾਲੇ ਦੇ ਵਿੱਚ ਜਾਂ ਤਾਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ, ਜਾਂ ਬਟਾਲੇ ਦੇ ਲੋਕ ਇਹਨਾਂ ਨੂੰ ਪਿਆਰ ਨਹੀਂ ਕਰਦੇ ਹੈਗੇ, ਜਾਂ ਬਟਾਲੇ ਦੇ ਵਿੱਚ ਕਿਸੇ ਦੀ ਇਹਨਾਂ ਬਾਹ ਨਹੀਂ ਫੜੀ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ। ਵੇਖੋ, ਇਹ ਤੇ ਵੇਖੋ ਜਿਹੜੇ ਵਿਰੋਧੀ ਆ ਉਹਨਾਂ ਨੇ ਤੇ ਗੱਲ ਤੁਹਾਡੇ ਸਾਹਮਣੇ ਹੁਣੇ ਮਿਊਨਿਸਪੈਲਿਟੀ ਦੀ ਚੋਣ ਹੋਈ ਹੈ ਜੀ ਜੀ। ਸਾਨੂੰ 20,000 ਵੋਟ ਮਿਲੀ ਸੀ 17 ਦੀ ਸਾਡੀ ਐਮਐਲਏ ਇਲੈਕਸ਼ਨ ਦੇ ਵਿੱਚ। ਅੱਜ ਅਸੀਂ ਮਿਊਨਿਸਪੈਲਿਟੀ ਦਾ ਕਾਊਂਟ ਵੇਖ ਲਈਏ ਆਪਣਾ, ਤੇ ਸਾਡੀ 17,000 ਵੋਟ ਬਣਦੀ ਆ। ਸਰਕਾਰ ਦੀਆਂ ਇੰਨੀਆਂ ਧੱਕੇਸ਼ਾਹੀਆਂ, ਇੰਨੇ ਵੱਡੇ ਘੋਲ ਦੇ ਵਿੱਚੋਂ ਵੀ ਸਾਡੇ ਵੋਟ ਬੈਂਕ ਨੂੰ ਖੋਰਾ ਨਹੀਂ ਲਾ ਸਕੇ। ਸਾਡਾ ਵੋਟ ਬੈਂਕ ਅਕਾਲੀ ਦਲ ਦਾ ਉੱਥੇ ਸਟੈਂਡ ਕਰਦਾ। ਲੋਧੀ ਨੰਗਲ ਸਾਹਿਬ, ਤੁਸੀਂ ਹਰ ਬਾਲ ਨੂੰ ਬੜੇ ਹੀ ਇੱਕ ਕਹੀਏ ਤਾਂ ਸ਼ਾਨਦਾਰ ਬੱਲੇਬਾਜ਼ ਦੀ ਤਰ੍ਹਾਂ ਹਰ ਇੱਕ ਨੂੰ ਚੌਕਾ ਚੱਕਾ ਲਾ ਕੇ ਸੱਜੇ ਖੱਬੇ ਕਰੀ ਜਾ ਰਹੇ ਹੋ। ਮੇਰਾ ਸਵਾਲ ਇੱਕ ਛੋਟਾ ਜਿਹਾ, ਮੇਰਾ ਸਵਾਲ ਇੱਕ ਨਿੱਕਾ ਜਿਹਾ, ਬਸ ਉਹਨੂੰ ਇੱਕ ਵਾਰੀ ਕਲੀਅਰ ਕਰ ਦਿਓ ਕਿ ਬਟਾਲਾ ਤੋਂ ਲਖਬੀਰ ਸਿੰਘ ਲੋਧੀ ਨੰਗਲ ਮੂਵ ਕਿਉਂ ਹੋ ਰਹੇ? ਕਿਉਂ ਫਤਿਹਗੜ੍ਹ ਚੂੜੀਆਂ ਦੇ ਨਾਲ ਇਹਨਾਂ ਪਿਆਰ ਪੈ ਗਿਆ? ਉੱਧਰ ਨੂੰ ਕਿਉਂ ਜਾਣਾ ਚਾਹੁੰਦੇ ਆ? ਬਟਾਲੇ ਵਾਲੇ ਲੋਕਾਂ ਨੇ ਇਹੋ ਜਿਹਾ ਕਿਹੜਾ ਕੰਮ ਕਰ ਦਿੱਤਾ ਜਿਹੜਾ ਲੋਧੀ ਨੰਗਲ ਸਾਹਿਬ ਨੂੰ ਪਸੰਦ ਨਹੀਂ ਹੈ? ਐਸੀ ਕੋਈ ਗੱਲ ਨਹੀਂ। ਬਟਾਲੇ ਵਾਲੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ, ਅੱਜ ਵੀ ਪਿਆਰ ਕਰਦੇ ਨੇ। ਅੱਜ ਵੀ ਮੈਂ ਬਟਾਲੇ ਰੈਗੂਲਰ ਆ ਰਿਹਾ, ਮੈਂ ਜਾ ਕਿਤੇ ਨਹੀਂ ਗਾ। ਅੱਜ ਵੀ ਮੈਂ ਲੋਕਾਂ ਦੇ ਸਾਰੇ ਕੰਮਾਂ ਕਾਜਾਂ ਵਿੱਚ ਉਸੇ ਤਰ੍ਹਾਂ ਹਾਜ਼ਰ ਹਾਂ। ਹੁਣ ਵੀ ਮੈਂ 2-3 ਥਾਵਾਂ 'ਤੇ ਬਟਾਲੇ ਦੇ ਵਿੱਚ ਕਿਤੇ
ਖੁਸ਼ੀ ਦੇ ਫੰਕਸ਼ਨ 'ਚ ਕਿਤੇ ਗਮੀ ਦੇ ਫੰਕਸ਼ਨ ਵਿੱਚ ਹੋ ਕੇ ਆਇਆ। ਬਟ ਮੈਂ ਨਾਲ ਇਹ ਵੀ ਕਹਿਣਾ ਚਾਹੁੰਦਾ ਵੀ ਮੈਂ ਬਟਾਲੇ ਤੋਂ ਪਹਿਲਾਂ ਫਤਿਹਗੜ੍ਹ ਚੂੜੀਆਂ ਜਿਹਦਾ ਨਾਂ ਰੱਖਿਆ ਗਿਆ ਕਾਦੀਆਂ ਹਲਕੇ ਦੇ ਵਿੱਚੋਂ ਵੀ ਜਿੱਤਿਆ ਐਮਐਲਏ ਸੀ 12 ਦੇ ਵਿੱਚ, ਉੱਥੇ ਜਿੱਤ ਕੇ ਮੈਂ 7 ਤੋਂ 12 ਤੱਕ ਉੱਥੇ ਰਿਹਾ ਆ ਜੀ। ਉਹ ਮੇਰਾ ਹੋਮ ਕਾਂਸਟੀਚੁਐਂਸੀ ਆ ਜੀ ਹੋਮ ਕਾਂਸਟੀਚੁਐਂਸੀ ਦਾ ਤੁਹਾਨੂੰ ਪਤਾ ਆ ਹਰ ਇੱਕ ਬੰਦੇ ਨੂੰ ਅਟੈਚਮੈਂਟ ਹੁੰਦੀ ਆ ਜੀ। ਬਟ ਹੋਮ ਕਾਂਸਟੀਚੁਐਂਸੀ ਦੇ ਨਾਲ ਨਾਲ ਬਟਾਲੇ ਨੂੰ ਮੈਂ ਆਪਣੇ ਘਰ ਬਣਾ ਕੇ ਇੱਥੇ ਆਣ ਕੇ ਬੈਠਾ, ਇੱਥੇ ਰੈਜ਼ੀਡੈਂਸ ਵੀ ਬਣਾਇਆ, ਸਾਰਾ ਕੁਝ ਬਣਾਇਆ ਔਰ ਤਦੇ ਹੀ ਮੈਂ ਇੱਥੇ ਪ੍ਰਾਪਤੀ ਕੀਤੀ। ਬਟ ਨੋ ਡਾਊਟ ਬਟਾਲਾ ਸਿਟੀ ਜਿਹੜਾ ਆ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਜਿਸ ਤਰੀਕੇ ਦੇ ਨਾਲ ਸਰਦਾਰ ਨੂੰ ਵੋਟ ਪਾਉਣ ਲੱਗਿਆ ਬੜੀ ਤਕਲੀਫ ਮਹਿਸੂਸ ਕੀਤੀ ਜਾਂਦੀ ਆ ਸਿਟੀ ਤੋਂ ਡਰ ਲੱਗ ਤੇ ਉਸ ਕਰ ਨਹੀਂ ਨੈਚੁਰਲੀ ਇਹਦੇ 'ਚ ਕੋਈ ਦੋ ਰਵਾਂ ਨਹੀਂ। ਮੇਰਾ ਅੱਗੇ ਨਾਲੋਂ ਬਹੁਤ ਵਧੀਆ ਸਾਰੇ ਲੋਕ ਕਮਿਊਨਲ ਨਹੀਂ ਹੁੰਦੇ, ਸਾਡੇ ਵਿੱਚ ਵੀ ਬੜੇ ਕਮਿਊਨਲ ਲੋਕ ਨੇ ਜੀ। ਸਾਰੀਆਂ ਕਮਿਊਨਿਟੀਆਂ 'ਚ ਲੋਕ ਹੈਗੇ ਨੇ, ਬਿਲਕੁਲ ਹੈਗੇ ਨੇ ਇਹ ਹਿੰਦੂ ਦੇ ਵਿੱਚ ਵੀ ਹੈਗੇ ਨੇ ਬਟ ਉੱਥੇ ਚੰਗੇ ਵੀ ਹੈਗੇ ਨੇ ਜੀ। ਬਿਲਕੁਲ ਔਰ ਸਾਡੀ ਇਲੈਕਸ਼ਨ 'ਚ ਚੰਗੇ ਜਿਹੜੇ ਲੋਕ ਸੀ ਬਰੌਡ ਮਾਈਂਡਡ ਮੋਡਰੇਟ ਜਿਹੜੇ ਸੀ ਉਹਨਾਂ ਨੇ ਸਾਡੀ ਸਪੋਰਟ ਵੀ ਕੀਤੀ ਖੜੇ ਨੇ ਨਾਲ। ਤੇ ਹਰ ਤਰ੍ਹਾਂ ਦੇ ਲੋਕ ਹਰ ਥਾਂ ਹੀ ਹੁੰਦੇ ਆ। ਹੁਣ ਕਿਹੜਾ ਫਤਿਹਗੜ੍ਹ ਚੱਲ ਜਾਂਗੇ ਤੇ ਉੱਥੇ ਨਹੀਂ ਸਿਟੀ ਹੈਗਾ, ਉੱਥੇ ਵੀ ਹੈਗਾ ਬਟ ਇਸ ਤਰ੍ਹਾਂ ਇਹਦੇ ਵਿੱਚ ਨਹੀਂ ਗੱਲ। ਬਟ ਇਹਦੇ ਵਿੱਚ ਇੱਕ ਗੱਲ ਪੱਕੀ ਆ ਵੀ ਹਰ ਬੰਦੇ ਦੇ ਮਨ 'ਚ ਹੁੰਦਾ ਵੀ ਮੈਂ ਆਪਣੇ ਘਰ 'ਚ ਮੇਰੇ ਵਾਸਤੇ ਸੌਖਾ ਆ ਜੀ। ਬਿਲਕੁਲ ਮੇਰੀ ਉਹ ਇਲੈਕਸ਼ਨ ਲੜੀ ਮੈਂ ਪਈ ਕਿਹਾ ਆ। ਹੋਮ ਗਰਾਊਂਡ ਸਾਰੇ ਨੂੰ ਪਸੰਦ ਹੁੰਦੀ ਹੈ ਔਰ ਤੁਹਾਡਾ ਦਿਲ ਕਰਦਾ ਹੈ ਕਿ ਉਹ ਜਿਹੜੀ ਤੁਹਾਡੀ ਆਪਣੀ ਜਿੱਥੇ ਹੋਮ ਗਰਾਊਂਡ ਹੈ ਉੱਥੇ ਵੀ ਹੁਣ ਇੱਕ ਵਾਰੀ ਜਾਇਆ ਜਾਵੇ, ਅਜ਼ਮਾਇਆ ਜਾਵੇ ਔਰ ਉੱਥੇ ਜਨਤਾ ਦੀ ਸੇਵਾ, ਕਿਉਂਕਿ ਤੁਹਾਡਾ ਬਜ਼ੁਰਗਾਂ ਦੇ ਨਾਲ ਪੁਰਾਣਾ ਪਿਆਰ ਜ਼ਿਆਦਾ ਹੈ ਔਰ ਉਹ ਸ਼ਾਇਦ ਸਾਰੇ ਇਹੀ ਚਾਹੁੰਦੇ ਨੇ ਕਿ ਲੋਧੀ ਨੰਗਲ ਜੀ ਹੁਣ ਤੁਸੀਂ ਸਾਡੇ ਕੋਲ ਆਓ, ਸਾਡੇ ਵਿੱਚ ਰਹੋ। ਅੱਛਾ, ਹੁਣ ਇੱਕ ਚੁਣੌਤੀਆਂ ਦੀ ਆਪਾਂ ਜ਼ਿਕਰ ਜ਼ਰੂਰ ਹੈ। ਰਾਜਨੀਤੀ ਹੋਵੇ ਔਰ ਚੁਣੌਤੀ ਨਾ ਹੋਵੇ, ਇਹ ਕਿੱਦਾਂ ਹੋ ਸਕਦਾ ਹੈ? ਕਾਲੂ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਇੱਕ ਇਲਜ਼ਾਮ ਲੈਂਦੇ, ਕਹਿੰਦੇ ਇਹ ਤਾਂ ਜੱਗ ਜ਼ਾਹਿਰ ਹੈਗਾ ਕਿ ਉਹ 2-3 ਵਾਰ ਜਿਹੜੇ ਹਾਰੇ ਨੇ ਉਹ ਇਸ ਕਰਕੇ ਹਾਰੇ ਨੇ ਕਿ ਜਿਹੜੇ ਲੋਧੀ ਨੰਗਲ ਸਾਹਿਬ ਦੇ ਸਮਰਥਕ ਸੀਗੇ ਨਾ ਉਹਨਾਂ ਨੇ ਜਿਹੜਾ ਹਰਾਇਆ ਉਹਨਾਂ ਨੂੰ, ਯਾਨੀ ਕਿ ਦੂਜੀ ਪਾਰਟੀ ਨੂੰ ਉਹਨਾਂ ਨੇ ਵੋਟ ਪਾ ਦਿੱਤੀ ਤੇ ਉਹਨਾਂ ਨੇ ਹਰਾਇਆ। ਉਹ ਅੱਗੋਂ ਇਹ ਦਾਅਵਾ ਕਰਦੇ ਨੇ ਵੀ ਜੇਕਰ ਲੋਧੀ ਨੰਗਲ ਸਾਹਿਬ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਮਿਲ ਜਾਂਦੀ ਹੈ ਤਾਂ ਜਿਸ ਤਰ੍ਹਾਂ ਇਹਨਾਂ ਦੇ ਸਮਰਥਕ ਨੇ ਇੱਦਾਂ ਹੀ ਤਾਂ ਕਾਲੂ ਪਰਿਵਾਰ ਦੇ ਸਮਰਥਕ ਹੋਣਗੇ। ਕਹਿੰਦੇ ਕਿ ਜਿਹੜਾ ਕਾਲੂ ਪਰਿਵਾਰ ਦੇ ਮਤਲਬ ਜਿਵੇਂ ਲੋਧੀ ਨੰਗਲ ਸਾਹਿਬ ਦੇ ਸਮਰਥਕ ਜਿਹੜੇ ਉਹ ਹਰਾ ਸਕਦੇ ਨੇ ਤੇ ਕੀ ਕਰ ਕਾਲੂ ਪਰਿਵਾਰ ਦੇ ਸਮਰਥਕ ਜਿਹੜੇ ਨੇ ਉਹੀ ਭਾਸ਼ਾ 'ਚ ਜਵਾਬ ਉਹਨਾਂ ਨੂੰ ਨਹੀਂ ਦੇਣਗੇ। ਇਹ ਚੁਣੌਤੀ ਦਾ ਕਿੱਦਾਂ? ਚਲੋ ਇਹ ਤੇ ਹੁਣ ਸਮਾਂ ਆਉਣ ਦੇ ਉੱਤੇ ਹੈ ਨਾ ਜੀ ਜੀ ਵੀ ਜੇ ਤੇ ਹਲਕਾ ਦਾ ਜਦੋਂ ਇਕੱਠ ਹੋਣਾ ਆ, ਹੁਣ ਵੀ ਉਧਰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਦੇ ਇਕੱਠ ਹੋਇਆ ਸੀ, ਉੱਥੇ ਵੀ ਅਸੀਂ ਤੇ ਗਏ ਸਾਂ ਸ਼ੁਕਰੀਏ ਦੀ ਅਰਦਾਸ ਕਰਨ ਸੱਚੇ ਪਾਤਸ਼ਾਹ ਦੀ। ਕਿਸੇ ਨੂੰ ਕਿਹਾ ਨਹੀਂ, ਕਿਸੇ ਨੂੰ ਸੱਦਿਆ ਨਹੀਂ, ਬਟ ਉੱਥੇ 4-5 ਹਜ਼ਾਰ ਆਦਮੀ ਇਕੱਠਾ ਹੋ ਗਿਆ। ਠੀਕ ਹੈ। ਮੈਂ ਗੁਰੂ ਦੀ ਹਾਜ਼ਰੀ 'ਚ ਵੀ ਕਿਹਾ ਸੀ ਵੀ ਤੁਸੀਂ ਦੱਸੋ, ਮੈਂ ਤੇ ਤੁਹਾਨੂੰ 12 ਤੋਂ ਬਾਅਦ ਤੁਹਾਡੇ ਘਰੀ ਮਿਲਣ ਵੀ ਨਹੀਂ ਆਇਆ। ਮੇਰਾ ਤੇ ਮਕਸਦ ਇਹ ਆ ਵੀ ਜੇ ਤੇ ਕਿਸੇ ਨੂੰ ਅਕਾਲੀ ਦਲ ਦੀ ਮਦਦ ਨਾ ਕਰਨ ਵਾਸਤੇ ਕਹਿਣਾ ਤੇ ਬਹੁਤ ਦੂਰ ਦੀ ਗੱਲ। ਮੈਂ ਤੁਹਾਡੀਆਂ ਖੁਸ਼ੀਆਂ ਗਮੀਆਂ 'ਚ ਵੀ ਨਹੀਂ ਗਿਆ ਵੀ ਤੁਹਾਡੇ ਨਾਲ ਹੀ ਈਰਖਾ ਕਰਦੇ ਨੇ ਵੀ ਲੋਧੀ ਨੰਗਲ ਦੇ ਬੰਦੇ ਆ। ਉਹਨਾਂ ਤੇ ਲੇਬਲ ਲਾਇਆ ਵੀ ਲੋਧੀ ਨੰਗਲ ਦੇ ਤੇ ਸਾਰੇ ਬੰਦੇ ਹਲਕਾ। ਵੇਖੋ ਜਿਹੜਾ ਬੰਦਾ ਸਨ 72 ਤੋਂ ਲੈ ਕੇ ਉੱਥੇ ਵਿਚਰਨ ਰਿਹਾ, ਖੁਸ਼ੀਆਂ ਗਮੀਆਂ 'ਚ ਜਾ ਰਿਹਾ, ਮੇਰਾ ਦਾੜੀ ਨਹੀਂ ਸੀ ਆਈ ਜਦੋਂ ਦਾ ਮੈਂ ਉੱਥੇ ਤੁਰਿਆ ਸਾਂ। ਉਹ ਲੋਕਾਂ ਦੀ ਅਟੈਚਮੈਂਟ ਹੈ ਮੇਰੇ ਨਾਲ। ਪਰ ਉਹਦੇ ਵਿੱਚ ਜਿੱਥੇ ਐਲੀਗੇਸ਼ਨ ਲਾਉਣ ਦੀ ਗੱਲ ਆ, ਪੋਲਿਟਿਕਸ ਦੇ ਵਿੱਚ ਜਦੋਂ ਬੰਦਾ ਹਰਦਾ ਨਾ ਉਹ ਕਦੀ ਨਹੀਂ ਕਹਿੰਦਾ ਮੈਂ ਆਪਣੇ ਕਰਕੇ ਹਰਿਆ। ਮੈਨੂੰ ਦੂਸਰੇ ਨੇ ਹਰਾਤਾ। ਇਹ ਚੁਣੌਤੀ ਨਹੀਂ ਹੈ ਨਾ, ਆਪਣੀ ਚੁਣੌਤੀ ਨਹੀਂ, ਕੋਈ ਚੁਣੌਤੀ ਨਹੀਂ, ਕੋਈ ਚੁਣੌਤੀ ਨਹੀਂ, ਇਹ ਕੋਈ ਚੁਣੌਤੀ ਨਹੀਂ, ਕਿਸੇ ਕਿਸਮ ਦੀ ਕੋਈ ਚੁਣੌਤੀ ਨਹੀਂ। ਔਰ ਉਹ ਮੈਂ ਸਮਝਣਾ ਵੀ ਮੈਂ ਹਲਕਾ ਈਜ਼ੀਲੀ ਜਿੱਤ ਕੇ ਨਾਲ ਦੇ ਹਲਕਿਆਂ ਵਿੱਚ ਅਕਾਲੀ ਦਲ ਦੇ ਵਰਕਰਾਂ ਦੀ, ਅਕਾਲੀ ਦਲ ਦੇ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਦੀ ਜ਼ਿਆਦਾ ਮਦਦ ਕਰਕੇ ਜਿਹੜਾ ਹੈਗਾ ਕਾਂਗਰਸ ਦੇ ਕੈਂਡੀਡੇਟ ਦਾ ਨੁਕਸਾਨ ਕਰ ਸਕਦਾ। ਹੁਣੇ ਤੁਸੀਂ ਜ਼ਿਕਰ ਕੀਤਾ ਸੀ ਕਿ ਰਵੀਕਰਨ ਸਿੰਘ ਕਾਲੂ ਹੋਣਾ ਵੱਲੋਂ ਵੀ ਉਹਨਾਂ ਨੇ ਜਦੋਂ ਬਲਬੀਰ ਸਿੰਘ ਬਿੱਟੂ ਹੋਣੀ ਨਗਰ ਕੌਂਸਲ ਦੇ ਪ੍ਰਧਾਨ ਬਣਨ ਵਾਲੇ ਸੀ ਤੇ ਤੁਹਾਡਾ ਇੱਕ ਸਾਥੀ ਉਹ ਗਾਇਬ ਹੋ ਗਿਆ। ਤਾਂ ਉਹਦਾ ਜਿਹੜੇ ਸਮਰਥਕ ਨੇ ਉਹ ਦਾਅਵਾ ਕਰ ਰਿਹਾ ਵੀ ਸਾਨੂੰ ਜੇ ਹਰਾਇਆ ਸੀ ਨਾ ਲੋਧੀ ਨੰਗਲ ਸਾਹਿਬ ਨੇ ਤੇ ਇੱਕ ਹਾਰ ਦਾ ਤੇ ਅਸੀਂ ਬਦਲਾ ਲੈ ਲਿਆ, ਕਿਉਂਕਿ ਉਹਨਾਂ ਦੇ ਅਸੀਂ ਜਿਹੜੇ ਕੈਂਡੀਡੇਟ ਸੀ ਜਾਂ ਉਹਨਾਂ ਦਾ ਜਿਹੜਾ ਪ੍ਰਧਾਨ ਬਣਾਉਣਾ ਸੀ ਉਹ ਅਸੀਂ ਨਹੀਂ ਬਣਨ ਦਿੱਤਾ। ਇੱਕ ਦਾ ਅਸੀਂ ਕਿਤੇ ਬਦਲਾ ਲੈ ਲਿਆ, ਇੱਕ ਅਜੇ ਬਾਕੀ। ਚਲੋ ਹਾਲੇ ਆ ਵੀ ਗੁਰੂ ਮਹਾਰਾਜ ਉਹਨਾਂ ਨੂੰ ਸ਼ਕਤੀ ਦੇਵੇ, ਉਹ ਬਦਲਾਖੋਰੀ 'ਚ ਪਏ ਰਹਿਣ, ਕਿਉਂਕਿ ਉਹਨਾਂ ਦਾ ਸੁਭਾਅ ਬਦਲਾਖੋਰੀ ਦਾ ਆ। ਪਰ ਲੋਧੀ ਨੰਗਲ ਦਾ ਸੁਭਾਅ ਬਦਲਾਖੋਰੀ ਦਾ ਨਹੀਂ। ਮੈਂ ਤੇ 97 ਦੇ ਵਿੱਚ ਆਪਣੇ ਕਾਗਜ਼ ਵਾਪਸ ਲਏ ਜੀ। ਕਾਲੂ ਸਾਹਿਬ ਦੇ ਨਾਲ ਪੂਰਾ ਫਤਿਹਗੜ੍ਹ ਚੂੜੀਆਂ ਪੁਰਾਣੇ ਵਿੱਚ ਜਿੰਨਾ ਜੋਗਾ ਸਾਂ ਹਰ ਤਰੀਕੇ ਨਾਲ ਮਦਦ ਕੀਤੀ ਜੀ ਔਰ ਉਹਨਾਂ ਨੂੰ ਜਿਤਾਇਆ। 97 ਦੇ ਪੈਰ ਲਾਏ ਹੀ ਉਹ ਸਾਰੀਆਂ ਮੌਜ ਮੇਲਾ ਜਿਹੜਾ ਉਹਨਾਂ ਦੇ ਪਰਿਵਾਰ ਦਾ ਚੱਲਦਾ ਹੈ ਜੀ। ਇਹ ਗੱਲ ਨੂੰ ਤੇ ਕਦੀ ਤੁਹਾਨੂੰ ਉਹਨਾਂ ਦੱਸਿਆ ਵੀ ਸਾਨੂੰ 97 'ਚ ਉਹਨਾਂ ਕਾਗਜ਼ ਵਾਪਸ ਲੈ ਕੇ ਜਿਤਾਇਆ? ਸਰ ਨੱਥਾ ਸੋਂ ਦੇ ਵੀ ਵਾਪਸ ਲਏ ਤੇ ਉਹਦੇ ਵੀ ਵਾਪਸ ਲਏ। ਠੀਕ ਹੈ। ਔਰ ਵਾਪਸ ਲੈ ਕੇ
ਲੱਕ ਬੰਨ੍ਹ ਕੇ ਮਦਦ ਕੀਤੀ। ਕੀ ਬਾਤ ਹੈ। ਤੇ ਸਾਡੀ ਜਦੋਂ ਕਾਗਜ਼ ਅਸੀਂ ਦਰਜ ਕੀਤੇ ਸੀ ਨਾ, ਸਰਦਾਰ ਬਖਸ਼ੀਸ਼ ਸਿੰਘ ਜੀ ਚੇਅਰਮੈਨ ਨੇ, ਮਾਸਟਰ ਹੋਣੀ ਕਾਲੋ ਸਾਹਿਬ ਦੇ ਜਮਾਤੀ ਨੇ, ਫਤਿਹਗੜ੍ਹ ਚੂੜੀਆਂ, ਉਹਨਾਂ ਨੂੰ ਜਾ ਕੇ ਪੁੱਛ ਲਿਓ। 2 ਦਿਨ ਮੇਰੇ ਘਰ ਮਾਤਾ ਦੇ ਕੋਲ ਗੋਡਿਆਂ ਤੇ ਸਿਰ ਰੱਖ ਕੇ ਕਾਲੋ ਸਾਹਿਬ ਬੈਠੇ ਸੀ ਕਿ ਇਹਨੂੰ ਕਹੋ ਲਖਬੀਰ ਨੂੰ ਕਾਗਜ਼ ਵਾਪਸ ਲੈ। ਉਦੋਂ ਇਹਨਾਂ ਦੇ ਕਾਗਜ਼ ਵੀ ਰਿਜੈਕਟ ਹੋ ਗਏ ਸੀ, ਇਹਨਾਂ ਨੂੰ ਛਤਰੀ ਦੇ ਨਿਸ਼ਾਨ ਤੇ ਨਾਲ ਲੜੀ ਸੀ। ਠੀਕ ਹੈ। ਪਰ ਮਾਤਾ ਨੇ ਹੁਕਮ ਕੀਤਾ ਵੀ ਤੂੰ ਪੁੱਤ 11 ਮਹੀਨੇ ਕੈਦ ਵੀ ਕੱਟ ਲਈ ਅਕਾਲੀ ਦਲ 'ਚ, ਤੇ ਇਹਨਾਂ ਨੂੰ ਭੱਜ ਨੱਸ ਕਰਦਾ ਰਿਹਾ, ਤੇ ਚਲੋ ਜੇ ਨਹੀਂ ਤੇ ਬਾਲ ਸਾਹਿਬ ਨਾਲ ਵੀ ਪ੍ਰੈਸ਼ਰ ਸੀ, ਕਾਕਾ ਮੈਂ 2 MLA ਨੂੰ ਵੱਧ ਤੱਕ ਦੋ। ਬਟ ਉਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਰਾਜ ਦੱਸਣਾ ਚਾਹੁੰਦਾ, ਮੈਂ ਅੱਗੇ ਵੀ ਚੈਨਲ ਵਾਲਿਆਂ ਨੂੰ ਦੱਸਿਆ ਸੀ। 97 ਵਿੱਚ ਮੈਨੂੰ ਟਿਕਟ ਨਾ ਮਿਲਣ ਵਾਲੀ ਕੋਈ ਗੱਲ ਨਹੀਂ ਸੀ। 97 'ਚ ਵੀ ਮੈਨੂੰ ਟਿਕਟ ਮਿਲਣੀ ਸੀ ਕਾਦੀਆਂ ਤੋਂ ਜੀ। ਪਰ ਉਦੋਂ ਨੱਥਾ ਸਿੰਘ ਨੂੰ ਸ੍ਰੀ ਹਰਗੋਬਿੰਦਪੁਰ ਤੋਂ ਲਿਆ ਕੇ ਕਾਦੀਆਂ ਦੇਤੀ, ਜਿੱਥੋਂ 5 ਵਾਰਾਂ ਜਿੱਤੇ ਸੀ। ਹੁਣ ਨੱਥਾ ਸਿੰਘ ਨੂੰ 5 ਵਾਰਾਂ ਉੱਥੇ ਜਿੱਤੇ ਸੀ ਜੀ। ਉਹ ਕਾਦੀਆਂ 'ਚ ਕਿਉਂ ਆ ਗਏ? ਕਿ ਕਾਦੀਆਂ 'ਚ ਉਹਨਾਂ ਦਾ ਹੋਮ ਸੀ। ਕੀ ਬਾਤ ਹੈ। ਉਹਨਾਂ ਦੇ ਮਨ 'ਚ ਵੀ ਸੀ ਵੀ ਮੈਂ ਸ੍ਰੀ ਹਰਗੋਬਿੰਦਪੁਰ ਛੱਡਾਂ ਤੇ ਮੈਂ ਆਪਣੇ ਘਰ 'ਚ ਆ ਜਾ। ਹਾਂਜੀ। ਹੁਣ ਮੈਂ ਤੇ ਇੱਥੇ 1 ਵਾਰ ਜਿੱਤਿਆ ਨਾ, ਉਹ 5 ਵਾਰਾਂ ਉੱਥੇ ਜਿੱਤੇ ਸੀ। ਕੀ ਬਾਤ। ਪਰ ਉਹ ਕਿਉਂਕਿ ਕਸ਼ਿਸ਼ ਸੀ ਕਿ ਮੈਂ ਆਪਣੇ ਘਰ ਜਾਵਾਂ, ਮੈਂ ਉਹ ਵਾਪਸ ਲੈ ਲਏ ਕਾਗਜ਼, ਤੇ ਸਾਡੀ ਉਸੇ ਮਾਤਾ ਦੇ ਸਰਪੰਚੀ ਦੇ ਕਾਗਜ਼ ਪਾੜਤੇ। ਸਾਡਾ ਪਿੰਡ ਪਹਿਲੋਂ ਤੇ ਹੋ ਗਿਆ ਲੇਡੀਜ਼ ਜੀ, ਮੇਰੀ ਮਾਤਾ ਦੇ ਕਾਗਜ਼ ਪਾੜਤੇ, ਮੇਰੀ ਘਰਦੀ ਦੇ ਕਾਗਜ਼ ਪਾੜਤੇ। ਵੇਖੋ ਕਿੰਨੀ ਗਿਰਾਵਟ ਤੱਕ ਦੀ ਗੱਲ ਸੀ। ਅਸੀਂ ਫਿਰ ਵੀ 7 ਵਿੱਚ ਜਦੋਂ ਬਾਦਲ ਸਾਹਿਬ ਨੇ ਸਾਨੂੰ ਲੈ ਲਿਆ, ਤੇ ਅਸੀਂ ਫਿਰ ਇਹਨਾਂ ਦੀ ਰੈਲੀ 'ਚ ਜਾ ਕੇ ਫਿਰ ਲੋਕਾਂ ਦੀ ਮਦਦ ਕੀਤੀ। ਔਰ ਇੱਕ ਰਿਕਾਰਡ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਲੋਧੀ ਨੰਗਲ ਨੇ ਉੱਥੇ ਜਾ ਕੇ ਸਿਰ ਢਾਹ ਕੇ ਮਦਦ ਕੀਤੀ, ਉਦੋਂ ਜਿੱਤੇ, ਕਦੀ ਜਿੱਤਦੇ ਨਹੀਂ। ਕਿਆ ਬਾਤ। ਦਰਿਆ ਦਿਲੀ ਤਾਂ ਤੁਸੀਂ ਦਿਖਾ ਰਹੇ ਹੋ, ਪਰ ਵੈਸਾ ਜਿਹੜਾ ਜਵਾਬ ਹੈ ਤੁਹਾਡੇ ਸਾਥੀਆਂ ਵੱਲੋਂ ਉਹ ਸ਼ਾਇਦ ਨਹੀਂ ਆ ਰਿਹਾ। ਪਰ ਲੋਧੀ ਨੰਗਲ ਸਾਹਿਬ, ਤੁਹਾਡੇ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਹਾਈ ਕਮਾਂਡ ਅਗਰ ਨਜ਼ਰੇ ਇਨਾਇਤ ਕਰਦੀ ਹੈ ਔਰ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਤੁਹਾਨੂੰ ਟਿਕਟ ਦੇ ਨਾਲ ਨਵਾਜ਼ ਦਿੰਦੀ ਹੈ, ਤਾਂ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਜਿੰਨੇ ਵੀ ਇਸ ਵੇਲੇ ਕਾਲੂ ਸਮਰਥਕ ਨੇ, ਤਾਂ ਲਖਬੀਰ ਸਿੰਘ ਲੋਧੀ ਨੰਗਲ ਦੇ ਕੋਲ ਅੱਜ ਐਸੀ ਕਿਹੜੀ ਜਾਦੂ ਦੀ ਛੜੀ ਹੈ ਕਿ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਣਗੇ, ਆਪਣੀ ਬੇੜੀ 'ਚ ਸਵਾਰ ਕਰ ਲੈਣਗੇ, ਜਾਂ ਆਪਣੇ ਮੁਤਾਬਕ ਉਹਨਾਂ ਹਾਲਾਤਾਂ 'ਚ ਢਾਲ ਲੈਣਗੇ? ਇਹ ਜ਼ਰੂਰ ਇੱਕ ਵਾਰੀ ਦੱਸੋ ਕਿ ਆਖਿਰ ਜਾਦੂ ਦੀ ਛੜੀ ਚਲਾਓ। ਜਿੰਨੇ ਬੰਦੇ ਨੇ ਨਾ, ਜਿੰਨੇ ਅਕਾਲੀ ਦਲ ਦੇ ਨਾਲ ਨੇ ਜੀ, ਇਹ ਤੁਸੀਂ ਕਹਿ ਦਿਓ ਨਾ ਵੀ ਇਹ ਤੇ ਕਹਿ ਦਿੰਦੇ ਵੀ ਲੋਧੀ ਨੰਗਲ ਦੇ ਕੋਲ ਤੇ ਜਾਤੀ ਸਟਾਫ ਹੈਗਾ ਜੀ 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 ਜੀ, ਜ਼ਿਲ੍ਹੇ 'ਚ ਇੱਕ ਅੱਧੇ ਬੰਦੇ ਕੋਲ ਹੋਰ ਵੀ ਹੈਗਾ, ਇਹ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਪੱਕਾ ਇਹਨਾਂ ਹੀ ਕਰ ਦਿੱਤਾ ਧੱਕੇ ਮਾਰ ਕੇ ਉਹਨਾਂ ਨੂੰ। ਉਹਨਾਂ ਨੇ ਇਹਨਾਂ ਨਾਲ ਤੁਰਨ ਦੀ ਕੋਸ਼ਿਸ਼ ਕੀਤੀ ਆ, ਬਟ ਇਹਨਾਂ ਨੇ ਉਹਨਾਂ ਨੂੰ ਅਡਾਪਟ ਨਹੀਂ ਕੀਤਾ। ਨਹੀਂ ਅਡਾਪਟ ਕੀਤਾ ਤੇ ਚਲੋ ਪਿੱਛੇ ਇਹਨਾਂ ਕੋ ਹਟ ਗਏ। ਜਦੋਂ ਬੰਦਾ ਪਿੱਛੇ ਹਟ ਜਾਂਦਾ, ਫਿਰ ਮੈਂ ਜਦੋਂ ਉਹਨਾਂ ਦਾ ਕੋਈ ਸਵਾਰ ਨਹੀਂ ਸਕਣਾ, ਤੇ ਮੈਂ ਫਿਰ ਉਹਨਾਂ ਨੂੰ ਕੀ ਰੋਕੂੰਗਾ? ਤੇ ਮੇਰੇ ਕੋਲ ਜੇ ਕੋਈ ਮਦਦ ਵੀ ਮੰਗਣ ਨਾ ਆਵੇ ਤੇ ਮੈਂ ਫਿਰ ਕੀ ਕਰੂੰਗਾ ਜੀ? ਉਹ ਗੱਲਾਂ ਤੇ ਬੜੀਆਂ ਲੰਮੀਆਂ ਚੌੜੀਆਂ ਨੇ। ਪਰ ਮੈਂ ਇੱਕ ਤੁਹਾਨੂੰ ਗੱਲ ਗਰੰਟੀ ਨਾਲ ਕਹਿ ਦਿੰਦਾ, ਜਿਹੜੇ ਬੰਦੇ ਵੀ ਅੱਜ ਉਹਨਾਂ ਦੀ ਮੀਟਿੰਗ ਵਿੱਚ ਜਾਂਦੇ ਨੇ ਜਾਂ ਹੁਣ ਤੱਕ ਜਾਂਦੇ ਰਹੇ ਨੇ, ਸਾਰੇ ਮੇਰੇ ਨਾਲ ਇਨ ਟੱਚ ਨੇ। ਸਾਰੇ ਮੇਰੇ ਕੋਲੋਂ ਹੋ ਕੇ ਜਾਂਦੇ ਨੇ। ਚਾਹ ਮੋਸਟਲੀ ਮੇਰੇ ਕੋਲੋਂ ਹੀ ਪੀਂਦੇ ਨੇ ਜਦੋਂ ਪਰੇ ਦਾਦੀ ਜੋਧ ਨੂੰ ਜਾਂਦੇ ਨੇ। ਅੱਛਾ ਜੀ। ਮੇਰੇ ਨਾਲ ਉਹਨਾਂ ਦਾ ਉਸੇ ਤਰ੍ਹਾਂ ਹੀ ਪਿਆਰ ਆ। ਔਰ ਤੁਸੀਂ ਪਰਸਨਲ ਵਿਜ਼ਿਟ ਕਰਕੇ ਵੇਖਿਓ, ਲੋਕ ਤੁਹਾਨੂੰ ਦੱਸਣਗੇ ਵੀ ਜਿੱਦਣ ਲੋਧੀ ਨੰਗਲ ਨੂੰ ਟਿਕਟ ਮਿਲਦੀ ਆ, ਮੇਰਾ ਖਿਆਲ ਹੈ ਕੋਈ ਦੂਰਬੀਨ ਲਾਇਆ ਵੀ ਬੰਦਾ ਐਸਾ ਨਹੀਂ ਰਹਿ ਜਾਊਗਾ ਜਿਹੜਾ ਦਿਸੇ ਕਿ ਇਹ ਅੱਜ ਲੋਧੀ ਨੰਗਲ ਤੋਂ ਅਜੇ ਪਿੱਛੇ ਆ, ਕਿਉਂਕਿ ਸੇਵਾ ਹੀ ਹਲਕੇ ਦੀ ਇੰਨੀ ਕੀਤੀ ਆ। ਇਹ ਤੇ ਜਿਹੜੇ ਨਵੇਂ ਬੱਚੇ ਜੰਮੇ ਨੇ ਨਾ ਵਜੇ ਵਿਚਾਰੇ, ਉਹਨਾਂ ਨੂੰ ਵੀ ਸਾਡੇ ਨਾਲ ਉਨਾ ਹੀ ਪਿਆਰ ਹੈ, ਕਿਉਂਕਿ ਉਹਨਾਂ ਦੇ ਮਾਂ-ਬਾਪ ਨੇ ਗੁੜ੍ਹਦੀ ਦਿੱਤੀ ਹੈ। ਅਸੀਂ ਨਾ ਲੋਧੀ ਨੰਗਲ ਸਾਹਿਬ ਹਲਕੇ 'ਚ ਗੁਜ਼ਰੇ, ਤਾਂ ਇੱਕ ਦੋ ਬਜ਼ੁਰਗਾਂ ਨੇ ਨਾ ਸਾਨੂੰ ਥੋੜ੍ਹੇ ਜਿਹੇ ਸ਼ਬਦਾਂ 'ਚ ਇੱਕ ਗੱਲ ਕਹੀ, ਮੈਨੂੰ ਬੜੀ ਅੱਛੀ ਲੱਗੀ, ਮੈਂ ਤੁਹਾਡੇ ਨਾਲ ਚਾਹਾਂਗਾ ਸਾਂਝੀ ਕਰਨੀ। ਉਹਨਾਂ ਨੇ ਕਿਹਾ ਕਿ ਬੀਜੇ ਕਿੱਕਰ ਤੇ ਮੰਗੇ ਖਰਵਾਨੀਆਂ, ਇਸ਼ਾਰੇ 'ਚ ਉਹਨਾਂ ਗੱਲ ਕੀਤੀ। ਤਾਂ ਮੈਨੂੰ ਇਹ ਗੱਲ ਬੜੀ ਅਜੀਬ ਜਿਹੀ ਲੱਗੀ। ਫਿਰ ਵੀ ਮੈਂ ਉਹਨਾਂ ਕੋਲ ਸਪਸ਼ਟੀਕਰਨ ਥੋੜ੍ਹਾ ਜਿਹਾ ਪੁੱਛਿਆ ਵੀ ਇਹ ਤਾਂ ਮੈਨੂੰ ਅਰਥ ਤੇ ਦੱਸੋ। ਤਾਂ ਫਿਰ ਜਦੋਂ ਉਹਨਾਂ ਰਾਜਨੀਤੀ ਨਾਲ ਜੁੜੇ ਹੋਏ ਇਹਦੇ ਅਰਥ ਕੱਢ ਕੇ ਦੱਸੇ ਤਾਂ ਬੜੇ ਹੈਰਾਨ ਕਰਨ ਵਾਲੇ ਸੀ ਵੀ ਬੀਜੇ ਕਿੱਕਰ ਤੇ ਮੰਗੇ ਖਰਵਾਨੀਆਂ। ਤੁਹਾਨੂੰ ਕੀ ਲੱਗਦਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਕਿੱਕਰ ਕਿੰਨੇ ਬੀਜੀ ਤੇ ਖਰਵਾਨੀਆਂ ਕੌਣ ਮੰਗ ਰਿਹਾ? ਦੇਖੋ, ਜਿਨ੍ਹਾਂ ਨੂੰ ਲੋਕਾਂ ਨੇ ਅਡਾਪਟ ਨਹੀਂ ਕੀਤਾ ਉਹਨਾਂ ਹੀ ਕਿੱਕਰ ਬੀਜੇ 'ਚ ਤੇ ਕੋਈ ਦੋ ਰਹਿਵਾਂ ਨਹੀਂ ਗਈਆਂ ਜੀ। ਮੈਂ ਤੇ ਵੇਖੋ ਜਦੋਂ ਲੜਿਆ ਆ 7 ਵਿੱਚ ਇਲੈਕਸ਼ਨ, ਉਦੋਂ ਵੀ ਮਾਨਯੋਗ ਬਾਜਵਾ ਸਾਹਿਬ ਹੈਗੇ ਸੀ, ਮਿਨਿਸਟਰ ਸਨ ਜੀ, ਔਰ ਸਰਕਾਰ ਕਾਂਗਰਸ ਦੀ ਸੀ ਜਦੋਂ ਮੈਂ ਉਦੋਂ ਨਵੰਬਰ ਦੇ ਵਿੱਚ ਚੋਣ ਰੈਲੀ ਕੀਤੀ ਹੈ, ਸਾਰੇ ਜ਼ਮਾਨੇ ਨੂੰ ਪਤਾ ਜੀ। ਔਰ ਮੈਨੂੰ ਲੋਕਾਂ ਨੇ ਉਸ ਵੇਲੇ ਮਾਣ ਸਤਿਕਾਰ ਦਿੱਤਾ, ਮੈਨੂੰ ਉਦੋਂ ਵੀ ਜਿਤਾਇਆ ਜੀ। ਔਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਤੁਸੀਂ ਵੇਖ ਲਓ ਕਿ ਉਹ ਹਲਕਾ ਜਿਹੜਾ ਆ ਉਹ ਕਿੱਕਰਾਂ ਬੀਜਣ ਕਰਕੇ ਜਿਹੜਾ ਨਹੀਂ ਜਿੱਤਿਆ ਗਿਆ। ਜੇ ਕੋਈ ਕਿੱਕਰਾਂ ਨਾ ਬੀਜਦੇ, ਖਰਮਾਨੀਆਂ ਬੀਜਦੇ, ਤੇ ਫਿਰ ਉਹ ਵੀ ਜਿੱਤ ਜਾਂਦੇ।
ਲੋਧੀ ਨੰਗਲ ਨੇ ਕਿਸੇ ਨੂੰ ਸੰਗਤ ਨਹੀਂ ਨਾ ਪਾਇਆ ਵੀ ਤੁਸੀਂ ਉਹਨੂੰ ਵੋਟ ਨਾ ਪਾਓ। ਠੀਕ। ਮੈਂ ਤਾਂ ਕਹਿੰਦਾ ਜੇ ਮੈਨੂੰ ਕਹਿੰਦੇ ਵੀ ਅਸੀਂ ਉਹਦੇ ਨਾਲ ਰਲੇ ਆ ਤੇ ਅਸੀਂ ਮੁਕਾਬਲਾ ਕਰਾਂਗੇ, ਇਹਨਾਂ ਨੂੰ ਆਪੇ ਪਤਾ ਲੱਗ ਜਾਊਗਾ ਵੀ ਇਹ ਤਾਂ ਰਲੇ ਸਨ। ਇਸੇ ਤਰ੍ਹਾਂ ਹੀ ਉਧਰਲੇ ਬੰਨੇ ਚੱਲ ਜਾਓ, ਇਹ ਲੋਕ ਕਹਿ ਦਿੰਦੇ ਆ ਵੀ ਇਹ ਸੁਖੀ ਨਾਲ ਰਲ ਗਏ ਸੀ, ਹਾਂਜੀ। ਗਾਂ ਅਗਲੇ ਬੰਨੇ ਚੱਲ ਜਾਓ, ਕਹਿ ਦਿੰਦੇ ਆ ਜੀ ਉਹ ਪ੍ਰਤਾਪ ਨਾਲ ਰਲ ਗਏ ਸੀ ਧਾਰੀਵਾਲ ਵਾਲੇ। ਇਹ ਤੇ ਇੱਕ ਦੂਜੇ ਨੂੰ ਰਲਣ ਰਲਾਉਣ ਦੀਆਂ ਖੇਡਾਂ ਇੱਕ ਦੂਜੇ ਦੇ ਉੱਤੇ ਐਲੀਗੇਸ਼ਨ ਲਾਈ ਜਾਂਦੇ ਆ। ਦੂਜੇ ਨੰਬਰ ਤੇ ਜਿਹੜਾ ਵਰਕਰ ਹੈ ਨਾ ਅਕਾਲੀ ਦਲ ਦਾ, ਮੰਨ ਲਓ ਅਕਾਲੀ ਦਲ ਦਾ ਵਰਕਰ ਜਿੰਨਾ ਚਿਰ ਅਕਾਲੀ ਦਲ ਦਾ ਲੀਡਰ ਅੱਗੇ ਲੱਗ ਕੇ ਨਾ ਮੁਖਾਲਫਤ ਕਰੂਗਾ, ਅੰਦਰ ਵੜ ਕੇ ਕੋਈ ਕਿਸੇ ਨੂੰ ਨਹੀਂ ਮੰਨਦਾ। ਉਹਨੇ ਆਪਣੇ ਧੜੇ ਦੇ ਨਜ਼ਰੀਏ ਨਾਲ ਸੋਚਣਾ, ਆਪਣੇ ਪਿੰਡ ਦੇ ਨਜ਼ਰੀਏ ਨਾਲ ਸੋਚਣਾ। ਇਹ ਸਾਰੀਆਂ ਬਕਵਾਸਬਾਜ਼ੀ ਆ। ਔਰ ਮੈਂ ਸਮਝਣਾ, ਮੈਂ ਹਿੱਕ ਤੇ ਹੱਥ ਮਾਰ ਕੇ ਕਹਿਣਾ, ਟਿਕਟ ਅਨਾਉਂਸ ਹੋ ਜਾਂਦੀ ਹੈ ਨਾ, ਤੇ ਜੇ ਤੁਹਾਨੂੰ ਗਿਣਿਆ ਵੀ ਕੋਈ ਵਰਕਰ ਲੱਭ ਜੂਗਾ ਨਾ, ਅਕਾਲੀ ਦਲ ਦਾ ਹੋਣਾ ਚਾਹੀਦਾ, ਉਹ ਸਾਰੇ ਹੀ ਛਾਲਾਂ ਮਾਰ ਮਾਰ ਕੇ ਅੱਗੇ ਲੱਗ ਕੇ ਚੱਲਣਗੇ। ਔਰ ਬੜੀ ਸ਼ਾਨ ਦੇ ਨਾਲ ਅਸੀਂ ਉਹ ਸੀਟ ਜਿੱਤ ਕੇ ਦਿਆਂਗੇ। ਨਾਲ ਬਟਾਲੇ ਵੀ ਪਾਰਟੀ ਨਾਲ ਸਲਾਹ ਕਰਕੇ ਜੀ, ਇੱਥੇ ਵੀ ਵਧੀਆ ਕੈਂਡੀਡੇਟ ਹੈਗੇ ਨੇ ਜੀ। ਮੈਂ ਕਿਸੇ ਕੈਂਡੀਡੇਟ ਦਾ ਵਿਰੋਧੀ ਨਹੀਂ ਜੀ। ਆਪੋ ਆਪਣਾ ਪੱਖ ਪੇਸ਼ ਕਰਨ, ਗੁਰਦੁਆਰਿਆਂ ਵਿੱਚ ਜਾ ਕੇ ਝੂਠ ਨਾ ਮਾਰਨ ਜੀ, ਪਾਰਟੀ ਪ੍ਰਧਾਨ ਦਾ ਨਾਂ ਨਾ ਲੈਣ, ਔਰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਕਿ ਅਸੀਂ ਅਕਾਲੀ ਦਲ ਲਈ ਕਿੰਨਾ ਕੁ ਕੁਛ ਕੀਤਾ। ਤੇ ਪਾਰਟੀ ਜਿਹਨੂੰ ਵੀ ਟਿਕਟ ਦਊਗੀ ਅਸੀਂ ਉਹਦੀ ਮਦਦ ਕਰਾਂਗੇ। ਅਸੀਂ ਪਾਰਟੀ ਦੇ ਵੇਖੋ ਜਨਰਲ ਸੈਕਟਰੀ ਆ, ਪਾਰਟੀ ਦੀ ਉੱਚੀ ਬਾਡੀ 'ਚ ਬੈਠੇ ਆ। ਸਾਡਾ ਕੋਈ ਪਾਰਟੀ ਦੇ ਪ੍ਰਤੀ ਨੈਗੇਟਿਵ ਵਿਚਾਰ ਹੀ ਨਹੀਂ। ਔਰ ਮੈਂ ਇੱਥੋਂ ਤੱਕ ਵੀ ਕਹਿਣਾ, ਜੇ ਸਾਨੂੰ ਨਾ ਟਿਕਟ ਪਾਰਟੀ ਦਊਗੀ ਤਾਂ ਵੀ ਪਾਰਟੀ ਦੇ ਨਾਲ। ਬਹੁਤ ਹੀ ਵਧੀਆ ਸੰਦੇਸ਼ ਹੈ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਦਾ ਕਿ ਪਾਰਟੀ ਨਾਲ ਵਫਾਦਾਰੀ ਕੀ ਹੁੰਦੀ ਹੈ, ਸਿੱਖੋ, ਸਿੱਖਣ ਵਾਲੀ ਗੱਲ ਹੈ। ਅੱਛਾ ਲੋਧੀ ਨੰਗਲ ਸਾਹਿਬ, ਆਖਰੀ ਸਵਾਲ। 2022 ਦੇ ਵਿੱਚ ਇੱਕ ਨਵਾਂ ਕੰਮ ਹੋਣ ਵਾਲਾ ਜਿਹੜਾ ਅਜੇ ਤੱਕ ਨਹੀਂ ਹੋਇਆ। ਲੇਡੀਜ਼ ਜਿਹੜੀਆਂ ਨੇ ਉਹ 50% ਰਿਜ਼ਰਵ ਆਉਣਗੀਆਂ। ਇਸ ਤੋਂ ਪਹਿਲਾਂ ਮਤਲਬ ਜਿਵੇਂ ਉਹਨਾਂ ਦਾ ਕੋਟਾ ਘੱਟ ਸੀ, ਲੇਕਿਨ ਉਹ 50% ਹੋ ਗਿਆ। ਜੇ ਹਲਕਾ ਫਤਿਹਗੜ੍ਹ ਚੂੜੀਆਂ ਲੇਡੀਜ਼ ਹੋ ਗਿਆ, ਫਿਰ ਨਹੀਂ ਅਜੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ। ਇਹ ਤੇ ਜਿਹੜੀ ਜਦੋਂ ਵੀ ਇਹਦੇ 'ਚ ਕੋਈ ਚੇਂਜ ਆਉਣੀ ਆ ਆਫਟਰ 25 ਈਅਰ ਆਉਂਦੀ ਆ। ਜਿਹੜੀਆਂ ਰਿਜ਼ਰਵੇਸ਼ਨ ਵੀ ਆ, ਦੂਜੀ ਵੀ ਆ। ਇਹ ਨਹੀਂਗਾ ਕੋਈ ਪੰਚਾਇਤਾਂ ਦੀਆਂ ਚੋਣਾਂ ਤਾਂ ਹੈ ਨਹੀਂ ਹੈ ਕਿ ਪੰਜਾਬ ਗੌਰਮੈਂਟ ਨੇ ਫੈਸਲਾ ਕਰ ਦੇਣਾ। ਇਹ ਤੇ ਸੈਂਟਰ ਗੌਰਮੈਂਟ ਦਾ ਡਿਸੀਜਨ ਆ, ਔਰ ਉਹਦੇ ਵਿੱਚ ਉਹ ਬਕਾਇਦਾ ਉਹ ਗੌਰਮੈਂਟ ਫੈਸਲਾ ਕਰ ਸਕਦੀ ਆ ਸੈਂਟਰ ਦੀ ਜੀ ਵੀ ਅਸੀਂ ਰਿਜ਼ਰਵੇਸ਼ਨ ਜਿਹੜੀ ਆ ਕਿੰਨੀ ਕਰਨੀ ਆ। ਬਟ ਉਹਦੇ ਵਿੱਚ ਤੇ ਇਹ ਆ ਵੀ ਜਦੋਂ ਜੋ ਫੈਸਲਾ ਹੋ ਜਾਊਗਾ ਉਹਦੇ ਮੁਤਾਬਕ ਠੀਕ ਆ। ਉਹਨੂੰ ਕੌਣ ਕੋਈ ਚੈਲੰਜ ਕਰੂਗਾ। ਜਿੱਥੇ ਲੇਡੀ ਸੀਟ ਹੋ ਜੂ ਉੱਥੇ ਲੇਡੀ ਲੜੂਗਾ, ਜਿੱਥੇ ਜੈਂਟਸ ਹੋ ਜੂ ਜੈਂਟਸ। ਫਿਰ ਇਹ ਜਿੱਥੇ ਜਿੱਥੇ ਜੈਂਟਸ ਹੋਈ ਫਿਰ ਜਿਹੜੇ ਜੈਂਟਸ ਨੇ ਉਧਰ ਨੂੰ ਭੱਜਣਗੇ। ਫਿਰ ਇਹ ਰੌਲਾ ਰੱਪਾ ਇਹਨਾਂ ਦਾ ਇੱਧਰਲੇ ਬੰਨੇ ਪੈ ਜਾਊਗਾ, ਕਿਉਂਕਿ ਇਹ ਸਾਰੇ ਇਹ ਚਾਹੁੰਦੇ ਨੇ ਵੀ ਅਸੀਂ ਆਪ ਹੀ ਬਣੇ ਰਹੀਏ। ਹੋਰ ਤੇ ਗੱਲ ਹੋਣੀ। ਇੱਕ ਲੋਧੀ ਨੰਗਲ ਸਾਹਿਬ ਟਿਕਾ ਜਿਹਾ ਸਵਾਲ ਵੀ ਅਗਰ ਹੋ ਸਕਦਾ ਲੇਡੀਜ਼ ਹੋ ਜਾਵੇ, ਅਗਰ 1% ਮੰਨ ਲਈਏ ਲੇਡੀਜ਼ ਹੋ ਜਾਂਦੀ ਤਾਂ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਆਪਣੇ ਪਰਿਵਾਰ ਦੇ ਵਿੱਚੋਂ ਫਿਰ ਲੇਡੀ ਸੀਟ ਲਵਾਵਾਂਗੇ। ਸਾਡੇ ਕੋਲ ਲੇਡੀਜ਼ ਸਾਡੀਆਂ ਬੱਚੀਆਂ ਨੇ, ਬੜੀਆਂ ਬੜੀਆਂ ਪੜ੍ਹੀਆਂ ਲਿਖੀਆਂ, ਇੰਟੈਲੀਜੈਂਟ ਨੇ। ਤੁਹਾਡੇ ਸਾਹਮਣੇ ਬੱਚਾ ਮੇਰਾ ਇੱਕ PhD ਹੈ, ਦੂਜਾ MSc IT ਹੈ। ਦੋਨਾਂ ਦੀਆਂ ਲਾਈਫ ਜਿਹੜੀਆਂ ਨੇ ਮਾਸਟਰ ਡਿਗਰੀ ਨੇ ਜੀ। ਜੇ ਉਹਨਾਂ ਦੇ ਭਾਗਾਂ 'ਚ MLA-ਸ਼ਿਪ ਬਣਨਾ ਹੋਊਗਾ ਤੇ ਫਿਰ ਵੀ ਉਹਨਾਂ ਦੀ ਵਾਰੀ ਆ ਜਾਊਗੀ। ਕੋਈ ਜ਼ਰੂਰੀ ਤਾਂ ਹੈ ਨਹੀਂ। ਹੁਣ ਅਸੀਂ ਜਦੋਂ ਜੰਮੇ ਹਾਂ ਸਾਨੂੰ ਕੀ ਪਤਾ ਅਸੀਂ MLA ਬਣਨਾ। ਇਹ ਤੇ ਮਸਤਕ ਲਿਖੇ ਨੇ ਲੇਖ ਅਕਾਲ ਪੁਰਖ ਨੇ, ਜਿਹਦੇ 'ਚ ਲਿਖਿਆ ਆ ਜੀ ਉਹਨੇ ਉੱਥੇ ਜਾਣਾ ਆ। ਰਿਸ਼ਪਾਲ ਜੀ, ਕੋਈ ਕਿਸੇ ਦੇ ਲੇਖਾਂ ਨੂੰ ਧੋ ਨਹੀਂ ਸਕਦਾ, ਕਿਸੇ ਦੇ ਆਖੇ ਮਿਟ ਨਹੀਂ ਸਕਦੇ। ਅਕਾਲ ਪੁਰਖ ਦੀ ਕਿਰਪਾ ਚਾਹੀਦੀ ਆ, ਉਹਦੀ ਮਿਹਰਬਾਨੀ ਚਾਹੀਦੀ ਆ, ਤੇ ਆਦਮੀ ਨੂੰ ਸੱਚੇ ਮਨ ਦੇ ਨਾਲ ਸਮਾਜ ਦੀ ਸੇਵਾ ਕਰਨੀ ਚਾਹੀਦੀ ਆ ਜੀ। ਤੇ ਫਿਰ ਭਾਗ ਅਕਾਲ ਪੁਰਖ ਨੇ ਲਾਉਣੇ ਆ ਲੋਕਾਂ ਦੀ। ਬਹੁਤ ਬਹੁਤ ਸ਼ੁਕਰੀਆ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਜੀ। ਤੁਸੀਂ ਸਾਡੇ ਸਾਰੇ ਸਵਾਲਾਂ ਦਾ, ਚਾਹੇ ਉਹ ਸਵਾਲ ਤਿੱਖੇ ਸੀ, ਚਾਹੇ ਸਵਾਲ ਜਨਤਾ ਦੇ ਸੀ, ਚਾਹੇ ਸਵਾਲ ਚੁਣੌਤੀ ਵਾਲੇ ਸੀ, ਚਾਹੇ ਸਵਾਲ ਵਿਰੋਧੀਆਂ ਦੇ ਸੀ, ਹਰ ਇੱਕ ਸਵਾਲ ਨੂੰ ਬਾਖੂਬੀ ਬਹੁਤ ਹੀ ਦਲੀਲ ਦੇ ਨਾਲ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਹਰ ਇੱਕ ਦਾ ਤਸੱਲੀ ਬਖਸ਼ ਜਵਾਬ ਜਿਹੜਾ ਦਰਸ਼ਕਾਂ ਨੂੰ ਦਿੱਤਾ। ਸਰਦਾਰ ਲਖਬੀਰ ਸਿੰਘ ਲੋਧੀ ਨੰਗਲ, ਉਹਨਾਂ ਦੀ ਸਾਰੀ ਇੰਟਰਵਿਊ ਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਹੈ ਵੀ ਇੱਜ਼ਤ ਕਰਨੀ ਕਿਹਨੂੰ ਕਹਿੰਦੇ ਨੇ, ਕਦਰ ਕਰਨੀ ਕਿਹਨੂੰ ਕਹਿੰਦੇ ਨੇ। ਆਪਣੇ ਵਿਰੋਧੀਆਂ ਦੀ ਵੀ, ਇਹਨਾਂ 'ਤੇ ਕਟਾਕਸ਼ ਕਰਨ ਵਾਲਿਆਂ ਨੂੰ ਵੀ, ਇਹਨਾਂ ਦੇ ਕਿਸੇ ਦੇ ਖਿਲਾਫ ਵੀ ਇੱਕ ਵੀ ਸ਼ਬਦ ਐਸਾ ਨਹੀਂ ਬੋਲਿਆ ਜਿਹੜਾ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਵੇ। ਪਾਰਟੀ ਦੀ ਵਫਾਦਾਰੀ ਕਿਹਨੂੰ ਕਹਿੰਦੇ ਨੇ, ਉਹਦੀ ਵੀ ਇਹਨਾਂ ਨੇ ਉਦਾਹਰਨ ਦਿੱਤੀ ਕਿ ਦਾਅਵੇਦਾਰੀ ਰੱਖਣੀ, ਦਾਅਵੇਦਾਰੀ ਪੇਸ਼ ਕਰਨੀ, ਇਹ ਫਰਜ਼ ਹੈ ਹਰ ਇੱਕ ਦਾ, ਔਰ ਉਹ ਫਰਜ਼ ਇਹ ਵੀ ਨਿਭਾ ਰਹੇ ਨੇ, ਦਾਅਵੇਦਾਰੀ ਰੱਖਣਗੇ। ਪਰ ਸੀਟ ਕਿੰਨੇ ਜਿੱਤਣੀ ਹੈ ਇਹ ਹਾਈ ਕਮਾਂਡ ਦੇ ਕੋਲ ਸਾਰੀਆਂ ਰਿਪੋਰਟਾਂ ਹੁੰਦੀਆਂ ਨੇ। ਸੋ ਹਾਈ ਕਮਾਂਡ ਜਿਸ ਨੂੰ ਵੀ ਟਿਕਟ ਦੇ ਨਾਲ ਨਵਾਜੇਗੀ, ਇਹ ਦਾਅਵਾ ਨਹੀਂ ਕਰ ਰਹੇ, ਇਹ ਨਹੀਂ ਕਹਿ ਰਹੇ ਕਿ ਮੈਨੂੰ ਥਾਪੜਾ ਮਿਲ ਗਿਆ, ਇਹ ਕਹਿ ਰਹੇ ਨੇ ਕਿ ਜਿਨ੍ਹਾਂ ਨੂੰ ਵੀ ਟਿਕਟ ਦੇ ਨਾਲ ਨਵਾਜਿਆ ਜਾਏਗਾ ਤਾਂ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਹਾਈ ਕਮਾਂਡ ਦੇ ਉਸ ਫੈਸਲੇ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਰਾਤ ਦਿਨ ਪਾਰਟੀ ਨੂੰ ਜਿਤਾਉਣ ਲਈ
ਉਸ ਉਮੀਦਵਾਰ ਦਾ ਸਾਥ ਦੇਣਗੇ। ਇੱਥੇ ਨਾਲੇ ਵੀ ਗੱਲ ਹੈ ਕਿ ਹਾਂ, ਕਿਉਂਕਿ ਅੰਦਾਜ਼ਾ ਜ਼ਰੂਰ ਲਗਾਇਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 50% ਜਿਹੜੀਆਂ ਸੀਟਾਂ ਦੀ ਮੰਗ ਕੀਤੀ ਗਈ ਸੀ, ਸੋ ਵਿਧਾਨ ਸਭਾ ਦੇ ਵਿੱਚ ਵੀ ਹੋ ਸਕਦਾ ਕਿ 50% ਲੇਡੀਜ਼ ਜਿਹੜੀਆਂ ਨੇ ਉਹਨਾਂ ਦੇ ਲਈ ਸੀਟਾਂ ਰਾਖਵੀਆਂ ਹੋ ਜਾਣ। ਜੇਕਰ ਕਿਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਵੀ ਇਹ ਸੀਟ ਰਾਖਵੀ ਹੋ ਜਾਂਦੀ ਹੈ, ਲੇਡੀਜ਼ ਦੇ ਲਈ ਰਿਜ਼ਰਵ ਹੋ ਜਾਂਦੀ ਹੈ, ਤਾਂ ਫਿਰ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਦੇ ਪਰਿਵਾਰ ਦੇ ਵਿੱਚ ਬਹੁਤ ਹੀ ਹੋਣਹਾਰ ਬੱਚੇ ਨੇ, ਸੋ ਉਹਨਾਂ ਨੂੰ ਮੌਕਾ ਉਹਨਾਂ ਬੱਚੀਆਂ ਨੂੰ ਮਿਲੇਗਾ। ਸੋ ਉਹਨਾਂ ਨੂੰ ਫਿਰ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਉਹਨਾਂ ਦੀ ਕਿਸਮਤ ਵੀ ਅਜ਼ਮਾਉਣਗੇ। ਇਕੱਲੀ ਅਜ਼ਮਾਉਣਗੇ ਨਹੀਂ, ਜਿੱਤਾਉਣਗੇ ਵੀ। ਵੇਖਦੇ ਰਹੋ ਹੱਕ ਸੱਚ ਦੀ ਆਵਾਜ਼ ਦਾ TV NRI।